ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੇਰੇ ਨਾਲ ਨੇ ਜਤਿੰਦਰ ਖੈਰਾ, ਮੈਂ ਹਾਂ ਸੰਜੀਵ ਯਸ਼ ਖੰਨਾ। ਸੋ ਕਮਲ ਦੀ ਗੱਲ ਹੋ ਰਹੀ ਹੈ। ਕਹਿੰਦੇ ਨੇ ਕਿ ਕਮਲ ਜਦੋਂ ਚਿੱਕੜ 'ਚ ਵੀ ਉੱਗਿਆ ਹੋਵੇ ਤਾਂ ਚਿੱਕੜ ਨੂੰ ਨਾਲ ਨਹੀਂ ਲੱਗਣ ਦਿੰਦਾ, ਬਿਲਕੁਲ ਸਾਫ਼ ਸੁਥਰਾ ਰਹਿੰਦਾ। ਇਹ ਕਿਹਾ ਜਾਂਦਾ ਕਮਲ ਬਾਰੇ। ਤੇ ਸਾਡੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਚਿੰਨ੍ਹ ਆ, ਚੋਣ ਨਿਸ਼ਾਨ ਹੈ, ਉਹ ਵੀ ਕਮਲ ਹੈ। ਤੇ ਕਹਿੰਦੇ ਨੇ ਕਿ ਆਪਰੇਸ਼ਨ ਲੋਟਸ ਕੋਈ ਆਪਰੇਸ਼ਨ ਕਮਲ ਚਲਾਇਆ ਜਾ ਰਿਹਾ ਪੰਜਾਬ ਦੇ ਵਿੱਚ। ਪਹਿਲਾਂ ਦਿੱਲੀ ਦੇ ਵਿੱਚ ਚਲਾਉਣ ਦੀ ਵੀ ਕੋਸ਼ਿਸ਼ ਕੀਤੀ, ਹੁਣ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ। ਆਮ ਆਦਮੀ ਪਾਰਟੀ ਨੂੰ ਡੇਗਣ ਦੀ ਤਿਆਰੀ ਹੈ, ਵਿਧਾਇਕਾਂ ਨੂੰ ਖਰੀਦਿਆ ਜਾਵੇ, 25-25 ਕਰੋੜ ਰੁਪਇਆ ਆਫਰ ਕੀਤਾ ਜਾ ਰਿਹਾ। ਤਾਂ ਇਹ ਸਾਰੀਆਂ ਖਬਰਾਂ ਮਿਲਦੀਆਂ ਪਈਆਂ। ਅੱਛਾ, ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖੋ ਕਿ ਕਿਸੇ ਦਾ ਨਾਮ ਪਿੰਡ 'ਚ ਸੁੱਚਾ ਰੱਖ ਲਈਏ ਤੇ ਉਹ ਕੰਮ ਲੁੱਚਿਆਂ ਵਾਲੇ ਕਰੇ ਤੇ ਆਪਾਂ ਕਹਿੰਦੇ ਨਹੀਂ ਵੀ ਸੁੱਚਾ ਆ। ਬਿਲਕੁਲ। ਹੁਣ ਕਮਲ, ਇੱਕ ਤਾਂ ਕਮਲ ਫੁੱਲ ਹੈ, ਦੂਸਰਾ ਕਮਲ ਨਾਮ ਕੋਈ ਰੱਖ ਲਵੇ ਕੋਈ ਪਾਰਟੀ, ਤੇ ਕਮਲ ਦਾ ਮਤਲਬ ਉਹ ਨਹੀਂ ਵੀ ਉਹਦੇ ਗੁਣ ਉਹਦੇ 'ਚ ਹੀ ਆ ਜਾਣੇ ਆ। ਸਾਡੇ ਲੋਕੀ ਨਵੇਂ ਅਮਰੀਕਾ ਜਾਣ ਲੱਗੇ ਤੇ ਅਮਰੀਕਾ ਦੀਆਂ ਤਾਰੀਫਾਂ ਸੀਗੀਆਂ ਵੀ ਉੱਥੇ ਤੇ ਪਹਿਲਾਂ ਭੁੰਜੇ ਬਹਿ ਕੇ ਰੋਟੀ ਖਾ ਲਓ, ਸੜਕ ਤੇ ਦਾਲ ਰੋੜ ਕੇ ਖਾ ਲਓ, ਵੀ ਇੰਨਾ ਸੋਹਣਾ ਅਮਰੀਕਾ ਆ, ਸਾਫ਼ ਸੁਥਰਾ ਆ। ਲੋਕਾਂ ਨੇ ਆਪਣੇ ਨਿਆਣਿਆਂ ਦੇ ਨਾਂ ਅਮਰੀਕਾ ਰੱਖਤੇ, ਅਮਰੀਕ ਸਿੰਘ ਰੱਖਤੇ। ਇਹਦਾ ਮਤਲਬ ਇਹ ਥੋੜ੍ਹੀ ਵੀ ਅਮਰੀਕਾ ਵਰਗੇ ਹੋਣਗੇ, ਦੁਨੀਆ ਦੇ ਵਿੱਚ ਵੱਡੀ ਪਾਵਰ ਹੋ ਜਾਣਗੇ। ਹੁਣ ਕਮਲ ਆ, BJP ਨੇ ਕਮਲ ਖਿਡਾਉਣਾ ਜਿਹੜਾ, ਇਹ BJP ਜਿਹੜਾ ਕਮਲ ਖਿਡਾਉਂਦੀ ਹੈ ਨਾ, ਇਹ ਇੱਦਾਂ ਲੱਗਦਾ ਹੈ ਕਿ ਸਭ ਤੋਂ ਨਿਰਲੇਪ ਨਹੀਂ ਆ, ਇਹ ਸਭ ਤੋਂ ਜ਼ਿਆਦਾ ਲਿਬੜਿਆ ਹੋਇਆ ਕਮਲ ਹੈ। ਅੱਜ ਸਾਡੇ CM ਭਗਵੰਤ ਮਾਨ ਹੁਣਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਮਤਲਬ ਗੱਲ ਘਮਾਸਾਨ ਹੋ ਰਿਹਾ, ਉਹ ਕਹਿੰਦੇ ਕਿ ਉਹਨਾਂ ਨੇ ਇਹ ਸਭ ਤੋਂ ਪਹਿਲਾਂ ਗੱਲ ਜਿਹੜੀ ਕਹੀ, ਉਹਨਾਂ ਨੇ ਵੀਡੀਓ ਇੱਕ ਜਾਰੀ ਕੀਤੀ ਆ। ਜੇ ਹੋ ਸਕੇ ਤਾਂ ਸਾਡੇ ਜਿਹੜੇ ਬੈਕਐਂਡ ਤੇ ਟੀਮ ਹੈ ਉਹ ਦਿਖਾ ਵੀ ਦੇਵੇ ਇਸ ਵੀਡੀਓ ਨੂੰ ਤਾਂ ਬਹੁਤ ਚੰਗਾ ਹੋਏਗਾ। ਉਹਨਾਂ ਦੇ ਅਫੀਸ਼ੀਅਲ ਪੇਜ ਦੇ ਉੱਤੇ ਉਹ ਵੀਡੀਓ ਪਈ ਆ। ਉਹਨਾਂ ਨੇ ਸ਼ੁਰੂਆਤ ਹੀ ਇਸੇ ਗੱਲ ਤੋਂ ਕੀਤੀ ਕਿ ਕਹਿੰਦੇ ਦੁਨੀਆ ਦਾ ਵੱਡਾ ਲੋਕਤੰਤਰ ਆ ਅਸੀਂ, ਹੈ ਨਾ, ਅਸੀਂ ਲੌਂਗੈਸਟ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹਾਂ। ਬਿਗੇਸਟ, ਹਾਂ, ਬਿਗੇਸਟ ਡੈਮੋਕ੍ਰੇਸੀ, ਲੌਂਗੈਸਟ ਇਜ਼ ਅਮਰੀਕਾ। ਤੇ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ, ਦੋ ਡੈਮੋਕ੍ਰੇਸੀਆਂ, ਅਮਰੀਕਾ ਦੀ ਤੇ ਸਾਡੀ, ਜਿਹੜੀ ਦੁਨੀਆ ਦੇ ਵਿੱਚ ਅਸੀਂ ਗੱਲਾਂ ਹੁੰਦੀਆਂ ਜਿਹਦੇ ਬਾਰੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹ ਡੈਮੋਕ੍ਰੇਸੀ ਦੇ ਬਾਰੇ, ਉਹਨਾਂ ਨੇ ਸ਼ੁਰੂਆਤ ਤੋਂ ਇਹ ਕਹਿ ਦਿੱਤਾ ਵੀ ਜਿੰਨਾ ਘਾਣ ਇੱਥੇ ਡੈਮੋਕ੍ਰੇਸੀ ਦਾ ਹੋ ਰਿਹਾ ਉੱਥੇ ਦੁਨੀਆ ਦੇ ਕਿਸੇ ਕੋਨੇ ਤੇ ਨਹੀਂ ਹੋਇਆ। ਇੱਥੋਂ ਤੱਕ ਕਿ ਵੀ ਹੁਣ ਭੂਟਾਨ ਦਾ ਰਾਜਾ ਇੱਥੇ ਆਇਆ ਹੋਇਆ ਜੀ, ਭੂਟਾਨ 'ਚ ਡੈਮੋਕ੍ਰੇਸੀ ਨਹੀਂ ਸੀ। ਉੱਥੇ ਉਹਦਾ ਰਾਜਾ ਆ ਤੇ ਜੇ ਹੈਪੀ ਇੰਡੈਕਸ ਦੇ ਵਿੱਚ ਦੇਖੀਏ ਨਾ ਭੂਟਾਨ, ਤੇ ਸਾਡੇ ਨਾਲੋਂ ਕਿਤੇ ਅੱਗੇ ਆ ਭੂਟਾਨ। ਛੋਟਾ ਜਿਹਾ ਟਾਪੂ ਜਿਹਾ ਵਰਗਾ ਦੇਸ਼ ਆ ਭੂਟਾਨ। ਬਿਲਕੁਲ। ਮਤਲਬ ਉੱਥੇ ਕਿੰਨੀਆਂ ਖੁਸ਼ੀਆਂ ਆ। ਫਿਨਲੈਂਡ ਦੀ ਗੱਲ ਕਰ ਲਈਏ, ਫਿਨਲੈਂਡ ਦੁਨੀਆ ਦੇ ਵਿੱਚੋਂ 1 ਨੰਬਰ ਦੇ ਉੱਤੇ ਖੁਸ਼ੀਆਂ ਦੇ ਵਿੱਚ। ਹਾਂਜੀ। ਹੁਣ ਕਰਨਾਟਕਾ 'ਚ ਜੋ ਹੋਇਆ, ਦੇਖੋ, ਲੋਕਤੰਤਰ ਦਾ ਮਤਲਬ ਇਹ ਆ ਕਿ ਲੋਕਤੰਤਰ ਇੱਕ ਸ਼ਬਦ ਨਹੀਂ ਹੈਗਾ, ਲੋਕਤੰਤਰ ਲੋਕਾਂ ਦੀ ਰਾਏ ਆ। ਤੇ ਜਦੋਂ ਲੋਕ ਆਪਣੀ ਰਾਏ ਦੇਣ ਤੋਂ ਮਨਫੀ ਹੋ ਜਾਂਦੇ ਆ, ਲੋਕਾਂ ਨੂੰ ਅਸੀਂ ਬਾਹਰ ਕੱਢ ਦਿੰਦੇ ਆ, ਲੋਕਾਂ ਨੂੰ ਇੰਨਾ ਹੀ ਡਰਾ ਦਿੰਦੇ ਆ ਵੀ ਭਾਈ ਤੁਸੀਂ ਕੁਝ ਬੋਲੇ ਤਾਂ ਸਰਕਾਰ ਨੇ ਹੱਥ ਕੜੀਆਂ ਤਾਂ ਤੁਹਾਡੇ ਲਈ ਲਾ ਹੀ ਰੱਖੀਆਂ। ਦੇਖੋ, ਕਿਤੇ ਨਾ ਕਿਤੇ ਗੱਲ ਹੁੰਦੀ ਹੈ ਕਿ ਡਰਾਇਆ ਧਮਕਾਇਆ ਜਾ ਰਿਹਾ ਵਿਧਾਇਕਾਂ ਨੂੰ। ਕਿਤੇ ਗੱਲ ਹੋ ਰਹੀ ਹੈ ਕਿ 25-25 ਕਰੋੜ ਰੁਪਏ ਆਫਰ ਕੀਤਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਜੋ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ, ਉਹਨਾਂ ਦੇ ਵੱਲੋਂ ਆਈ ਸਟੇਟਮੈਂਟ ਕਿ 50-50 ਕਰੋੜ ਵੀ ਆਫਰ ਕਰੋ ਤਾਂ ਵੀ ਆਮ ਆਦਮੀ ਪਾਰਟੀ ਦੇ ਲੋਕ ਨਹੀਂ ਸ਼ਿਫਟ ਹੋਣਗੇ, ਕਿਉਂਕਿ ਆਮ ਆਦਮੀ ਪਾਰਟੀ ਦੇ ਲੋਕ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ। ਆਮ ਆਦਮੀ ਪਾਰਟੀ ਇੱਕ ਪਰਿਵਾਰ ਹੈ, ਤੁਸੀਂ ਪਰਿਵਾਰ ਨੂੰ ਨਹੀਂ ਤੋੜ ਸਕਦੇ, ਇਹ ਉਹਨਾਂ ਨੇ ਕਿਹਾ। ਤੇ ਸਾਰੇ ਵਿਧਾਇਕਾਂ ਨੂੰ 18 ਸਤੰਬਰ ਨੂੰ ਬੁਲਾਇਆ ਵੀ ਆ ਉਹਨਾਂ ਨੇ ਦਿੱਲੀ ਆ ਕੇ ਸਾਰੀ ਗੱਲਬਾਤ ਕਰਨ। ਪਰ ਸੰਜੀਵ ਜੀ ਦੇਖੋ, ਇੱਥੇ ਇੱਕ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਆ। ਜੇ ਤੁਸੀਂ ਗੱਲ ਕਰਦੇ ਆ ਕਿ ਪਰਿਵਾਰ ਹੈਗਾ ਨਾ, ਮੈਂ ਵੀ ਕਹਿੰਦਾ ਵੀ ਦੇਖੋ ਲੋਕਾਂ ਨੂੰ ਮਨਫੀ ਕੀਤਾ ਜਾਂਦਾ। ਹੁਣ ਸਾਡੇ ਰਿਪਰੈਜ਼ੈਂਟੇਟਿਵ ਕੌਣ ਆ? ਸਾਡੇ ਜਿਹੜਾ ਸਾਡੇ ਏਰੀਆ ਦਾ MLA ਉਹ ਸਾਡਾ ਰਿਪਰੈਜ਼ੈਂਟੇਟਿਵ ਆ ਜੀ। ਹੁਣ ਸਾਡੀ ਆਵਾਜ਼ ਕਿਹਨੇ ਬਣਨਾ? ਸਾਡੇ MLA ਨੇ ਬਣਨਾ। ਚਾਹੇ ਉਹ ਨਹੀਂ ਬਣਦਾ ਕਿ ਇਹ ਸਿਸਟਮ ਹੀ ਬਦਲ ਗਿਆ, ਆਵਾਜ਼ ਉੱਤਿਆ ਹੋਇਆ, ਪਰ ਹੈ ਤਾਂ ਹੈ ਨਾ। ਹੁਣ ਸਾਡੇ MLA ਦੇ ਉੱਤੇ ਪ੍ਰੈਸ਼ਰ ਪਾ ਲਿਆ ਵੀ ਜਾਂ ਤਾਂ ਤੂੰ ਪੈਸੇ ਲੈ ਲਾ ਜਾਂ ਫਿਰ ED ਤੁਹਾਡੇ ਜਿਹੜੀ ਮੈਂ ਚਿੱਕੇ ਝਾੜ ਦੇਣੀ ਆ। ਦੁੱਧ ਦਾ ਤੁਲਿਆ ਤੇ ਕੋਈ ਵੀ ਨਹੀਂ ਹੈਗਾ ਇੱਥੇ। ਬਿਲਕੁਲ। ਤੁਸੀਂ ਹਿਸਾਬ ਲਾ ਲਓ ਕਿ ਕੈਪਟਨ ਅਮਰਿੰਦਰ ਵਰਗਾ ਬੰਦਾ ਜਿਹਦੀ ਐਡੀ ਆਪਾਂ ਕਹਿੰਦੇ ਆ ਪਹੁੰਚ ਆ, ਐਡਾ ਰਸੂਖ ਆ, ਉਹਦੇ ਮੁੰਡੇ ਨੂੰ ਜਨਮ ਦਿਨ ਵਾਲੇ ਦਿਨ ਅਗਲੇ ਚੱਕ ਲਿਆ। ਉਹ ਕਹਿੰਦਾ ਆ ਜਾ ਮਨਾਉਣੇ ਆ ਜਨਮ ਦਿਨ। ਮਤਲਬ ਨਿੱਤ ਤੀਏ ਦਿਨ ਉਹਨੂੰ ਜਲੰਧਰ ਆਉਣਾ ਪੈਂਦਾ ਸੀ, ਨਿੱਤ ਤੀਏ ਦਿਨ ਜਲੰਧਰ ਆਉਣਾ ਪੈਂਦਾ ਸੀਗਾ। ਉਹ ਕਹਿੰਦਾ ਵੀ ਛੱਡੋ ਇਸ ਸਾਰੇ ਕੰਮ ਨੂੰ, ਆਪਾਂ ਬਲੀ ਜਾਂਦੇ ਆ। ਫਿਰ ਜਦੋਂ ਰਾਹ ਸਿੱਧਾ ਪੱਧਰਾ ਹੋ ਗਿਆ ਤੇ ਫਿਰ ਕਹਿੰਦੇ ਜੀ ਕੋਈ ਗੱਲ ਹੀ ਨਹੀਂ ਰਹੀ। ਹੁਣ ਇਹ ਚੀਜ਼ ਆ ਕਿ ਜਾਂ ਤਾਂ ਪੈਸੇ ਲੈ ਲਓ ਜਾਂ ਫਿਰ ਇਹਨਾਂ ਦੀਆਂ ਜਿਹੜੀਆਂ ਸੈਂਟਰ ਕੇਂਦਰੀ ਏਜੰਸੀਆਂ ਨੇ ਉਹਨਾਂ ਨੂੰ ਝਾੜ ਦਿੰਦੇ। ਇੱਥੋਂ ਤੱਕ ਕਿ ਲੋਕਾਂ ਨੇ ਇਹ ਵੀ ਕਿਹਾ ਸੀ ਵੀ ਤੁਸੀਂ ਜਿਹੜਾ ਦਿੱਲੀ 'ਚ ਤੁਹਾਨੂੰ ਪਤਾ ਹੋਵੇ ਕਿ ਬੜਾ ਵੱਡਾ ਨਾਮਵਰ ਸਿੱਖ ਚਿਹਰਾ ਜਿਹੜਾ ਸੀਗਾ ਸਿਰਸਾ ਸਾਹਿਬ ਚਲੇ ਗਏ ਸੀਗੇ। ਉਹਨਾਂ ਦਾ ਵੀ ਕਹਿੰਦੇ ਸੀ ਵੀ ਕਿਉਂਕਿ ਸਿਰਸਾ ਇੱਦਾਂ ਦਾ ਬੰਦਾ ਸੀ, ਕਹਿੰਦੇ ਜੀ ਸੁਖਬੀਰ ਬਾਦਲ ਦੇ ਬਹੁਤ ਹੀ ਨੇੜੇ ਸੀਗਾ, ਬਹੁਤ ਜ਼ਿਆਦਾ ਨੇੜੇ ਜਿਹਨੂੰ ਅਸੀਂ ਕਹਿੰਦੇ ਆ। ਉਹ ਰਾਤੋਂ ਰਾਤ ਚਲੇ ਗਿਆ ਕਿਉਂਕਿ ਉਹ ਬਿਜ਼ਨਸਮੈਨ ਸੀਗਾ। ਸੋ ਇੱਕ ਬੰਨੇ ਤੁਸੀਂ ਉਹ ਵੀ ਟਰਮ ਦੇਖੋ, ਇੱਕ ਬੰਨੇ ਤੁਸੀਂ ਇਹਨਾਂ ਨੂੰ ਵੇਖੋ
ਤੁਸੀਂ ਕਿੰਨਾ ਚਿਰ ਬਚਾ ਲਓਗੇ? ਜਦੋਂ ਕਹਿੰਦੇ ਨਾ ਵੀ ਅੱਗ ਲੱਗੀ ਆ ਤਾਂ ਫਿਰ ਉਹ ਅੱਗ ਤਰਕਾਲੀ ਦੁਪਹਿਰੀ ਸਵੇਰੇ ਤੁਹਾਡੇ ਕੰਨੀ ਆ ਹੀ ਜਾਣੀ ਜੇ ਤੁਹਾਡਾ ਘਰ ਜੰਗਲ ਦੇ ਵਿੱਚ ਹੈ। ਹੁਣ ਐਦਾਂ ਹੈ ਕਿ ਅਸੀਂ ਜੰਗਲ ਦੇ ਵਿੱਚ ਬੈਠੇ ਆ ਜਿੱਥੇ ਪੈਸੇ ਵੰਡ ਹੋਣ ਡੇ ਆ। ਉਹ ਫਿਰ ਕਹਿੰਦਾ ਜੀ ਛੱਡੋ ਪਰਾਂ, ਇੰਨੀ ਮਿਹਨਤ ਦੇ ਨਾਲ MLA ਸ਼ਿਪ ਤੇ ਆਏ ਆ, ਇੰਨਾ ਪੈਸਾ ਵਹਾ ਦਿੱਤਾ ਵੀ ਹੁਣ ਮਗਰੋਂ ਆ ਜਿਹੜਾ ਕੁਛ ਐਵੇਂ ਕੁਰਸੀ ਤੇ ਬਹਿਣ ਦੀ ਬਜਾਏ ਲਾਲ ਬੱਤੀ ਵਾਲੀ ਗੱਡੀ ਤੇ ਬਹਿਣ ਦੀ ਬਜਾਏ ਹੈ ਨਾ ਵੀ ਅਸੀਂ ਐਵੇਂ ਰੁਲਦੇ ਫਿਰਾਂਗੇ ਵੀ 25 ਕਰੋੜ ਰੁਪਈਆ ਵੀ ਲੈਨੇ ਆ। ਇਹ ਗੱਲ ਹੈ ਕਿ ਇਹ ਜਿਹੜੀ ਹਾਰਸ ਟ੍ਰੇਡਿੰਗ ਆ ਨਾ, ਇੱਕ ਤਾਂ ਦੂਸਰੇ ਬੰਨੇ ਇਹ ਵੀ ਗੱਲ ਹੈ ਕਿ ਕਿਓਸ ਵੀ, ਮੈਂ ਕੱਲ ਵੀ ਗੱਲ ਕਰਦਾ ਸੀ ਵੀ ਕਿਓਸ ਕ੍ਰੀਏਟ ਕੀਤਾ ਜਾ ਰਿਹਾ ਸੰਜੀਵ ਜੀ। ਕਿਓਸ ਮਤਲਬ ਕਿ ਜਿਹਨੂੰ ਅਸੀਂ ਕਹਿੰਦੇ ਆ ਵੀ ਇੱਕ ਬੰਨੇ ਤਾਂ ਅਸੀਂ ਇਨਵੈਸਟਮੈਂਟ ਕਰਨ ਦੇ ਲਈ ਜਰਮਨ ਗਏ ਹੋਏ ਆ, ਅਸੀਂ ਕਹਿਣ ਦੇ ਵੀ ਸਾਡੀਆਂ ਕੰਪਨੀਆਂ ਜਰਮਨ ਵਾਲੀਆਂ, ਉੱਤੇ ਆਪਾਂ ਗੱਲ ਕਰਾਂਗੇ, ਜਰਮਨ ਵਾਲੀਆਂ ਕੰਪਨੀਆਂ ਸਾਡੇ ਇੱਥੇ ਇਨਵੈਸਟ ਕਰ ਲਵੇ, ਪਿੱਛੋਂ ਰੌਲਾ ਪੈ ਜਾਵੇ ਭਾਈ ਸਰਕਾਰ ਟੁੱਟ ਗਈ, ਲੱਗ ਲੋ ਚੱਕ ਲੋ ਹੋ ਗਈ ਹੈ, ਤੇ ਉਹ ਕਿਹੜਾ ਨਿਆਣੇ ਆ ਜਿਹੜੇ ਇਨਵੈਸਟ ਕਰਨਾ। ਗੱਲ ਇਹ ਹੈ ਕਿ ਜਿੱਦਾਂ ਹੁਣ FIR ਲੌਂਚ ਹੋਈ ਹੈ ਜੀ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਅਧੀਨ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗਏ ਸੀਗੇ, ਸਾਡੇ DGP ਗੌਰਵ ਯਾਦਵ ਨੂੰ ਵੀ ਮਿਲੇ ਨੇ, ਉਹਨਾਂ ਨੇ ਇਹ ਕਦਮ ਚੁੱਕਣ ਵਾਸਤੇ ਕਿਹਾ। ਖੈਰ ਹੁਣ ਕਿਸੇ ਦੇ ਨਾਂ ਦੇ ਅਗੇਂਸਟ ਤੇ ਕੁਝ ਵੀ ਨਹੀਂ ਹੋਇਆ, ਇੱਕ ਜਨਰਲ FIR ਉਹਨਾਂ ਨੇ ਲਾਂਚ ਕੀਤੀ। ਪਰ ਕਹਿੰਦੇ ਜੇ ਇੱਕ ਜਨਰਲ FIR ਦਿੱਲੀ ਦੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਦੇ ਮਤਲਬ ਹਾਲੇ ਉਹਦੀ ਆਇਡੈਂਟੀ ਰਿਵੀਲ ਨਹੀਂ ਹੋਈ, ਉਹਦੇ ਤੇ ਹੋ ਗਈ ਆ, ਤੇ ਕਹਿੰਦੇ ਨਾ ਉਹ BJP ਦਾ ਆ। ਫਿਰ ਹੁਣ ਮੈਂ ਇਹ ਸੋਚਦਾ ਸੀਗਾ ਹੁਣ ਕਿਉਂਕਿ ਸਵੇਰੇ ਖਬਰਾਂ ਬਣਨੀਆਂ ਸ਼ੁਰੂ ਹੋ ਗਈਆਂ ਵੀ ਕੋਈ BJP ਦਾ ਤਾਂ ਬੰਦਾ ਨਹੀਂ ਜਦੋਂ ਤੁਸੀਂ FIR ਕੀਤੇ ਆ। ਬਈ ਅੱਜ ਕੱਲ੍ਹ ਕਿਹਦਾ ਬੰਦਾ ਕਿਹਨੂੰ ਪਤਾ ਲੱਗਦਾ? ਗੱਲ ਦੇਖੋ ਖੈਰਾ ਸਾਹਿਬ ਕਿੱਡੀ ਵੱਡੀ ਆ, 25 ਕਰੋੜ ਰੁਪਈਆ। ਜੇ ਇਹ ਗੱਲ ਸੱਚ ਹੈ ਤਾਂ ਤੁਸੀਂ ਦੱਸੋ ਪਾਰਟੀ ਕੋਲ ਕਿੰਨਾ ਪੈਸਾ ਹੋਣਾ, ਕਿੰਨਾ ਫੰਡ ਹੋਣਾ, ਔਰ ਪਾਰਟੀ ਕੋਲ ਕਿੰਨਾ ਫੰਡ ਹੈ, ਕਿਸੇ ਵੀ ਪਾਰਟੀ ਕੋਲ ਕਿੰਨਾ ਫੰਡ ਹੈ, ਇਹ ਪੰਜਾਬ ਦੇ ਜਾਂ ਭਾਰਤ ਦੇ ਲੋਕ ਡਾਟਾ ਨਹੀਂ ਲੈ ਸਕਦੇ, ਉਹ ਇਨਫੋਰਮੇਸ਼ਨ ਨਹੀਂ ਲੈ ਸਕਦੇ, ਕਿਉਂਕਿ ਉਹ ਕਾਨੂੰਨ ਦੇ ਖਿਲਾਫ ਚਲਾ ਜਾਏਗਾ, ਕੋਈ ਕਾਨੂੰਨ ਪਾਸ ਨਹੀਂ ਕੀਤਾ ਗਿਆ। ਦੇਖੋ ਕਿੱਦਾਂ ਕਾਨੂੰਨ ਨੂੰ ਆਪਣੇ ਕਬਜ਼ੇ 'ਚ ਰੱਖਦੀਆਂ ਨੇ ਪੋਲੀਟੀਕਲ ਪਾਰਟੀ। ਉਹ RTI ਤੋਂ ਬਾਹਰ ਕਰ ਦਿੱਤਾ ਸੀ ਪੋਲੀਟੀਕਲ ਪਾਰਟੀਆਂ ਨੂੰ। ਪੋਲੀਟੀਕਲ ਪਾਰਟੀ ਕੋਲ ਕਿਹੜਾ ਫੰਡ ਹੈ, ਪਾਰਟੀ ਫੰਡ ਕਿੱਥੋਂ ਆਇਆ, ਬਲੈਕ ਮਨੀ ਹੈ, ਵਾਈਟ ਮਨੀ ਹੈ, ਨਾਗਰਿਕ ਨਹੀਂ ਪੁੱਛ ਸਕਦੇ, RTI ਤੋਂ ਬਾਹਰ ਹੈ, ਕਿਉਂਕਿ ਅਸੀਂ ਜੋ ਮਰਜ਼ੀ ਕਰਾਂਗੇ। ਇਹਦਾ ਮਤਲਬ ਇਹੀ ਹੋਇਆ ਵਾਕਈ। ਔਰ ਬਾਕੀ ਰਿਹਾ ਜਿਹੜੀ ਟੈਕਸ ਮਨੀ ਆ ਲੋਕਾਂ ਦੀ, ਉਹ ਵੀ ਜਿੱਦਾਂ ਮਰਜ਼ੀ ਯੂਜ਼ ਕਰਾਂਗੇ, ਵੱਡੇ ਵੱਡੇ ਕਾਰਪੋਰੇਟ ਹਾਊਸਿਸ ਨੂੰ ਦੇਵਾਂਗੇ, ਲੋਨ ਦੇਵਾਂਗੇ, ਫਿਰ ਲੋਨ ਮਾਫ ਕਰ ਦੇਵਾਂਗੇ ਜੀ। ਕਿਸਾਨ ਫਾਂਸੀ ਚੜ੍ਹਦੇ ਰਹਿਣਗੇ। ਕਿੱਦਾਂ ਕਿ ਉਹਨਾਂ ਨੂੰ ਖੁਦਕੁਸ਼ੀ ਕਰਨੀ ਪੈਂਦੀ ਆ ਜੇ ਉਹਨਾਂ ਦੇ ਕਰਜ਼ੇ ਨਹੀਂ ਉਤਰਦੇ, ਤੇ ਉਧਰ ਕਰਜ਼ੇ ਕਰੋੜਾਂ ਦੇ ਮਾਫ ਕਰ ਦਿੱਤੇ ਜਾਂਦੇ ਨੇ, ਉਹ ਅਮੀਰ ਹੁੰਦੇ ਪਏ ਨੇ, ਕਿਸਾਨ ਗਰੀਬ ਹੁੰਦਾ ਪਿਆ। ਮਤਲਬ ਇਹ ਕਿੱਦਾਂ ਦਾ ਲੋਕਤੰਤਰ ਚਲਾ ਰਹੇ ਆ ਆਪਾਂ ਨੂੰ ਸਮਝ ਨਹੀਂ ਆ ਰਹੀ। ਔਰ ਕਿਸੇ ਪਾਸੇ ਤੁਸੀਂ ਦੇਖੋ ਇੱਦਾਂ ਸਰਕਾਰਾਂ ਗਿਰਾਉਣੀਆਂ, ਤੁਸੀਂ ਦੱਸੋ ਇਲੈਕਸ਼ਨਸ ਹੋਈਆਂ, ਇਲੈਕਸ਼ਨਸ ਦੇ ਵਿੱਚ ਕਰੋੜਾਂ ਰੁਪਏ ਖਰਚ ਹੋਏ, ਹੁਣ ਤੁਸੀਂ ਸਰਕਾਰ ਗਿਰਾਉਣ ਦੇ ਮਗਰ ਤੁਰ ਪਏ ਹੋ ਜੀ। ਪਰ ਫਿਰ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਗੱਲ ਕਰਦੇ ਨੇ, BJP ਦੇ ਜਿਹੜੇ ਵਰਕਰਸ ਨੇ ਉਹ ਕਹਿੰਦੇ ਨੇ ਨਹੀਂ ਇਹ ਤੁਹਾਡੀ ਆਪਣੀ ਪਾਰਟੀ ਦਾ ਆਪਣਾ ਕਲੇਸ਼ ਆ ਤੇ ਤੁਸੀਂ ਸਾਡੇ ਉੱਤੇ ਝੂਠੇ ਇਲਜ਼ਾਮ ਲਗਾ ਰਹੇ ਹੋ। ਹੁਣ ਇੱਧਰ ਨੂੰ ਗੱਲ ਤੁਰ ਪੈਂਦੀ ਹੈ। ਦੇਖੋ ਆਮ ਬੰਦਾ, ਆਮ ਲੋਕ ਇੱਕ ਫਿਲਮ ਨਹੀਂ ਦੇਖਦੇ ਪਏ, ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ, ਸਾਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਗੱਲ ਕੀ ਹੈ। ਸੰਜੀਵ ਜੀ ਬਹੁਤ ਸਾਰੀਆਂ ਗੱਲਾਂ ਆਪਾਂ ਹੋਰ ਵੀ ਡਿਸਕਸ ਕਰਨੀਆਂ, ਪਰ ਇੱਕ ਬਹੁਤ ਅਹਿਮ ਗੱਲ ਆਪਾਂ ਡਿਸਕਸ ਕਰ ਲਈ ਹੈ। ਉਹ ਜਿਹੜਾ ਤੁਸੀਂ ਜਰਮਨ ਦੀ ਗੱਲ ਕੀਤੀ ਸੀ, ਜਰਮਨ ਦੀ ਕੰਪਨੀ BMW, ਜਰਮਨ ਦੀ ਬਾਅਦ ਵਿੱਚ ਕਰਦੇ ਹਾਂ, ਕਿਉਂਕਿ ਹੁਣੇ ਇਹ ਖਬਰ ਆਈ ਹੈ ਕਿ ਦਿਦਾਰ ਸਿੰਘ ਸੰਧੂ ਜਿਹਨੂੰ ਪੀਚ ਕਿੰਗ ਕਹਿੰਦੇ ਸੀਗੇ, ਅਮਰੀਕਾ ਦੇ ਯੂਬਾ ਸਿਟੀ ਦੇ ਵਿੱਚ ਉਹ ਰਹਿੰਦੇ ਸੀਗੇ, ਉਹਨਾਂ ਦਾ ਦੇਹਾਂਤ ਹੋ ਗਿਆ। ਗਿਆਨੀ ਜਥੇਦਾਰ ਜਿਹੜੇ ਸਾਡੇ ਹਰਪ੍ਰੀਤ ਸਿੰਘ, ਉਹਨਾਂ ਨੇ ਵੀ ਦੁੱਖ ਪ੍ਰਗਟਾ ਕੀਤਾ ਆ, ਕਿਉਂਕਿ ਉੱਕੀਆਂ ਸ਼ਖਸੀਅਤਾਂ ਅਸੀਂ ਦੇਖਦੇ ਹੁੰਦੇ ਨਾ ਕਿ ਜਦੋਂ ਤੁਸੀਂ ਆਪਣਾ ਮੁਲਕ ਛੱਡ ਕੇ ਦੂਸਰੇ ਮੁਲਕ ਦੇ ਵਸਿੰਦੇ ਹੋ ਜਾਣਾ ਤਾਂ ਤੁਹਾਡੀ ਤਾਂਘ ਜਿਹੜੀ ਆ ਨਾ, ਤੁਹਾਡਾ ਮਨ ਜਿਹੜਾ ਆ ਹਮੇਸ਼ਾ ਲੋਚਦਾ ਹੁੰਦਾ ਵੀ ਤੁਸੀਂ ਆਪਣੇ ਮੁਲਕ ਲਈ ਕੁਝ ਕਰ ਲਓ। ਸੋ ਬੜੀਆਂ ਨਾਮਵਰ ਸ਼ਖਸੀਅਤਾਂ ਹੋਈਆਂ ਜਿਨ੍ਹਾਂ ਨੇ ਉੱਥੇ ਰਹਿੰਦਿਆਂ ਇੱਥੇ ਦੇ ਲਈ ਬਹੁਤ ਕੁਝ ਕੀਤਾ। 80ਵੇਂ ਵਰ੍ਹੇ ਦੇ ਵਿੱਚ ਜਦੋਂ ਪੰਜਾਬ ਦੇ ਮਾਹੌਲ ਜਿਹੜੇ ਸੀਗੇ ਉਹ ਡਗਮਗਮਾ ਗਏ, ਤੇ ਇਹ ਸੰਧੂ ਸਾਹਿਬ ਹੁਣਾਂ ਨੇ, ਇਹ ਜਿਹੜੇ ਦਿਦਾਰ ਸਾਹਿਬ ਸੀਗੇ, ਬੈਂਸ ਸਾਹਿਬ ਸੀਗੇ, ਇਹਨਾਂ ਨੇ ਬਹੁਤ ਮਦਦ ਕੀਤੀ। ਬਿਲਕੁਲ ਕੀਤੀ। ਔਰ ਪੰਜਾਬ ਨੂੰ ਹਮੇਸ਼ਾ ਯਾਦ ਰੱਖਣਾ, ਔਰ ਜਿੱਥੋਂ ਤੁਸੀਂ ਗਏ ਹੋ ਜੀ ਉਸ ਸਥਾਨ ਨੂੰ ਯਾਦ ਰੱਖਣਾ, ਔਰ ਉਸ ਸਥਾਨ ਦੇ ਵਾਸਤੇ ਕੰਮ ਕਰਨਾ। ਜੇ ਤੁਹਾਨੂੰ ਵਾਹਿਗੁਰੂ ਨੇ ਇਸ ਕਾਬਿਲ ਬਣਾ ਦਿੱਤਾ ਕਿ ਤੁਹਾਡੇ ਕੋਲ ਹੈ, ਤੁਹਾਡੇ ਕੋਲ ਸਰਮਾਇਆ ਹੈ, ਪੈਸਾ ਹੈ, ਰੁਤਬਾ ਹੈ, ਪੋਜੀਸ਼ਨ ਹੈ, ਤੁਹਾਡੇ ਕੋਲ ਲਿੰਕਸ ਨੇ, ਤੁਸੀਂ ਉਹਨਾਂ ਸਾਰੇ ਆਪਣੇ ਸੋਰਸਿਸ ਦਾ ਇਸਤੇਮਾਲ ਕਰਕੇ ਪੰਜਾਬ ਦੇ ਭਲੇ ਵਾਸਤੇ ਕੰਮ ਕਰ ਸਕਦੇ ਹੋ ਜਿੱਥੇ ਵੀ ਜ਼ਰੂਰਤ ਹੈ। ਜਿਵੇਂ ਓਬਰਾਏ ਸਾਹਿਬ ਵੀ ਕਰਦੇ ਨੇ, ਤਾਂ ਇਹ ਚੰਗੀਆਂ ਗੱਲਾਂ ਨੇ, ਉਹ ਵਾਕਈ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ। ਅੱਛਾ, ਇੱਕ ਆਪਾਂ ਕੱਲ ਵੀ ਖਬਰ ਲਈ ਸੀਗੀ ਕਿ ਤੁਹਾਨੂੰ ਯਾਦ ਹੋਊਗਾ, ਆਪਾਂ ਕਹਿੰਦੇ ਸੀਗੇ ਵੀ ਹੁਣ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਕੰਮ ਕਰੂਗੀ। ਉਹ ਕਹਿੰਦੇ ਜੀ ਅਸੀਂ ਪਟੀਸ਼ਨ ਪਾਵਾਂਗੇ ਅਮਰੀਕਾ ਵਰਲਡ ਸਿੱਖ ਸਟੂਡੈਂਟ ਫੈਡਰੇਸ਼ਨ ਜੀ, ਤੇ ਇੱਦਾਂ ਦੀਆਂ ਫੈਡਰੇਸ਼ਨ ਜਿਹੜੀਆਂ ਨੇ ਉਹ ਸਾਡੇ ਇਹਨਾਂ ਸਿੰਘਾਂ ਵੱਲੋਂ, ਇਹਨਾਂ ਸਾਡੇ ਸਿੱਖ ਭਾਈਚਾਰੇ ਵੱਲੋਂ ਬਣਾਈਆਂ ਜਾਂਦੀਆਂ। ਹੁਣ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਆ ਉਹਦੀ ਸਥਾਪਨਾ ਦੇ ਵਿੱਚ ਵੀ ਬੈਂਸ ਸਾਹਿਬ ਦਾ ਬੜਾ ਵੱਡਾ ਹੱਥ ਸੀਗਾ, ਬਹੁਤ ਵੱਡਾ ਹੱਥ ਹੈ, ਤੇ ਉਹ ਤੁਸੀਂ ਹਿਸਾਬ ਲਾ ਸਕਦੇ ਹੋ ਕਿੰਨੀ ਮਾਣਮੱਤੀ ਸ਼ਖਸੀਅਤ ਹੈ। ਔਰ ਜਦੋਂ ਐਡਾ ਨਾਮ ਤੁਸੀਂ ਕਮਾ ਕੇ ਜੰਨਤ ਨਸ਼ੀ ਹੁੰਦੇ ਹੋ ਤਾਂ ਫਿਰ ਉਹ
ਕੌਮ ਦੇ ਲਈ ਵੀ ਹੁੰਦਾ ਹੈ ਤੇ ਦੁਨੀਆ ਦੇ ਵਿੱਚ ਵੀ ਤੁਹਾਨੂੰ ਯਾਦ ਕੀਤਾ ਜਾਂਦਾ ਹੈ। ਬਿਲਕੁਲ ਕੀਤਾ ਜਾਂਦਾ। ਕਹਿੰਦੇ ਨੇ ਕਿ ਕੋਈ ਐਸੇ ਕੰਮ ਕਰਕੇ ਜਾਓ ਕਿ ਤੁਹਾਡੇ ਜਾਣ ਪਿੱਛੋਂ ਲੋਕ ਤੁਹਾਨੂੰ ਚੇਤੇ ਕਰਨ ਤੇ ਕਹਿਣ ਚੰਗਾ ਬੰਦਾ ਹੁੰਦਾ ਚੰਗਾ ਸੀ। ਬੰਦਾ ਹੁੰਦਾ ਸੀ। ਇਹ ਨਾ ਹੋਵੇ ਕਿ ਤੁਸੀਂ ਇਦਾਂ ਦੇ ਕੰਮ ਕਰੋ ਕਿ ਜਦੋਂ ਤੁਸੀਂ ਜਾਓ ਤਾਂ ਲੋਕੀ ਕਹਿਣ ਚੰਗਾ ਹੋਇਆ ਚਲਾ ਗਿਆ। ਠੀਕ। ਸੋ ਇਦਾਂ ਰਹਿਣਾ ਚਾਹੀਦਾ। ਉਹ ਕਬੀਰ ਸਾਹਿਬ ਨੇ ਬੜਾ ਵਧੀਆ ਕਿਹਾ ਕਿ ਜਦੋਂ ਅਸੀਂ ਪੈਦਾ ਹੁੰਦੇ ਆ ਅਸੀਂ ਰੋਂਦੇ ਹੁੰਦੇ ਆ, ਲੋਕੀ ਹੱਸਦੇ ਨੇ ਸਾਨੂੰ ਦੇਖ ਦੇਖ ਕੇ, ਪਰ ਇਦਾਂ ਦੇ ਕੰਮ ਕਰੋ ਕਿ ਅਸੀਂ ਹੱਸਦੇ ਹੋ ਜਾਈਏ, ਲੋਕੀ ਰੋਣਗੇ ਯਾਰ ਚਲਾ ਗਿਆ, ਹੁਣ ਇਹ ਕਮੀ ਕਿੱਦਾਂ ਪੂਰੀ ਹੋਣੀ ਹੈ। ਸੋ ਇਹ ਬਹੁਤ ਵਧੀਆ ਸ਼ਖਸੀਅਤਾਂ ਨੇ, ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਆਪਾਂ ਗੱਲ ਕਰ ਰਹੇ ਸੀ ਜਰਮਨ ਦੇ ਬਾਰੇ, ਜੋ ਆਪਣੇ CM ਸਾਹਿਬ ਗਏ ਹੋਏ ਨੇ। ਕੱਲ ਤੱਕ ਸਟੇਟਮੈਂਟ ਸੀ ਕਿ BMW ਆਪਣਾ ਇੱਕ ਪਲਾਂਟ ਲਗਾਉਣ ਜਾ ਰਹੀ ਹੈ ਪੰਜਾਬ ਦੇ ਅੰਦਰ, ਆਪਣੇ ਪੁਰਜ਼ੇ ਬਣਾਏਗੀ ਜਿੱਦਾਂ ਸਾਊਥ ਇੰਡੀਆ ਦੇ ਵਿੱਚ ਉਹਨਾਂ ਨੇ ਲਗਾਇਆ ਹੋਇਆ ਜੀ। ਬਟ ਅੱਜ BMW ਵੱਲੋਂ ਆਫੀਸ਼ੀਅਲ ਸਟੇਟਮੈਂਟ ਜਾਰੀ ਹੁੰਦੀ ਹੈ ਕਿ ਨੋ, ਵੀ ਡੋਂਟ ਹੈਵ ਐਨੀ ਪਲਾਨ, ਵੀ ਡੋਂਟ ਹੈਵ ਐਨੀ ਸੱਚ ਪਲਾਨ, ਕਿ ਜਿਹੜੀ ਅਨਾਊਂਸਮੈਂਟ ਹੋਈ ਹੈ ਪੰਜਾਬ ਗਵਰਨਮੈਂਟ ਵੱਲੋਂ, ਨਾਟ ਐਟ ਆਲ। ਸੋ ਹੁਣ ਦੱਸੋ ਕਿੱਥੇ ਖੜੇ ਆ ਅਸੀਂ। ਅੱਛਾ, ਮੈਂ ਇਹ ਸੋਚਦਾ ਸੀਗਾ ਵੀ ਜਦੋਂ ਨਾ ਤੁਸੀਂ ਵਿਆਹ ਸ਼ਾਦੀ 'ਚ ਵੇਖਿਆ ਹੋਵੇ, ਜਿਹੜਾ ਥੋੜਾ ਤਕੜਾ ਸਰਮਾਏਦਾਰ ਹੁੰਦਾ ਨਾ, ਜਾਂ ਫਿਰ ਆਪਾਂ ਜਨਾਨੀਆਂ ਦੀ ਗੱਲ ਕਰ ਲੈਂਦੇ, ਜਦੋਂ ਉਹ ਤਕੜੀਆਂ ਸਰਮਾਏਦਾਰ ਹੁੰਦੀਆਂ ਨਾ, ਤੇ ਉਹ ਕਈ ਵਾਰੀ ਨਕਲੀ ਸੋਨਾ ਵੀ ਪਾ ਕੇ ਚਲ ਜਾਣ, ਤੇ ਲੋਕੀ ਕਹਿ ਹੀ ਦਿੰਦੇ ਆ ਵੀ ਅਸਲੀ ਆ ਬਈ, ਇਹ ਤੇ ਸਰਦੇ ਲੋਕ ਆ, ਇਹਨਾਂ ਨੇ ਤਾਂ ਲੈ ਹੀ ਲਿਆ ਹੋਣਾ, ਤੇ ਉਹ ਵਾਹਵਾ ਪਾ ਲੈਂਦੇ, 4-4 ਬੰਗਾਂ 5-5, ਲੋਕੀ ਸਮਝਦੇ ਕਿ ਯਾਰ ਅਸਲੀ ਸੋਨਾ ਆ। ਇੱਥੇ ਹੁਣ ਮੇਰੇ ਵਰਗਾ ਗਰੀਬ ਜਿਹੜਾ ਮਰ ਮੁਰ ਕੇ ਕੋਈ ਵੱਡੀ ਘੜੀ ਵੀ ਲਾ ਲਵੇ ਤੇ ਬ੍ਰਾਂਡਡ ਕੱਪੜੇ ਵੀ ਪਾਏ, ਲੋਕੀ ਇਹ ਕਹਿੰਦੇ ਇਹਨੇ ਕਿੱਥੇ ਲਿਆ ਹੋਣਾ, ਇਹਦੇ ਕੋਲ ਕਿੱਥੇ ਆ, ਕਿਸੇ ਨੇ ਦਿੱਤਾ ਹੋਣਾ। ਹੁਣ ਇਹਨਾਂ ਦੀ ਗੱਲ ਵੀ ਇਦਾਂ ਆ ਵੀ ਹੁਣ ਭਗਵੰਤ ਮਾਨ ਸਾਹਿਬ ਉੱਥੇ ਚਲੇ ਗਏ ਤੇ ਜਰਮਨ, ਹੁਣ ਪਹਿਲੀ ਗੱਲ ਤੇ ਅਸੀਂ ਹੁਣ ਜਿਹੜਾ ਸਾਡਾ ਕ੍ਰਿਟੀਕਲ ਰਿਪੋਰਟਰ ਵਾ ਕੋਈ, ਉਹ ਵਿਚਾਰਾ ਰੀਜਨਲ ਰਿਪੋਰਟਰ ਜਿਹੜਾ, ਉਹ ਤਾਂ ਨਾਲ ਕੋਈ ਗਿਆ ਨਹੀਂ। ਹੁਣ ਸਾਨੂੰ ਕੀ ਪਤਾ ਵੀ ਕੀ ਤੁਸੀਂ ਭੁੱਜਿਆ ਤੇ ਕੀ ਤੁਸੀਂ ਖਾਧਾ, ਤੇ ਉਹ ਹੁਣ ਫਿਰ ਗੱਲ ਉਹੀ ਆ ਵੀ ਵੱਡਾ ਬੰਦਾ ਆ ਵੀ ਝੂਠ ਵੀ ਬੋਲ ਸਕਦਾ, ਤੇ ਹੁਣ ਅਸੀਂ ਵੀ ਕਹਿ ਸਕਦੇ ਵੀ ਹੋ ਵੀ ਸਕਦਾ ਵਾਕਈ। ਉਹ ਤਾਂ ਗੱਲ ਕਰੋ ਵੀ ਹੁਣ ਲੱਤਾਂ ਖਿੱਚਣ ਵਾਲੇ ਜਿਹੜੇ ਓਪੋਜੀਸ਼ਨ ਆ ਉਹ ਜਰਮਨ ਤੱਕ ਵੀ ਹੁੰਦੀ ਆ ਜੀ। ਪ੍ਰਗਟ ਸਿੰਘ ਨੇ ਪਹਿਲਾਂ ਕਿਹਾ ਵੀ ਨਾ ਇੱਥੇ ਕਹਿੰਦਾ, ਤੇ ਗੱਲ ਗਲਤ, ਫਿਰ ਹੌਲੀ ਹੌਲੀ ਗੱਲ ਦਾ ਬਵਾਲ ਬਣ ਗਿਆ, ਅਗਲਿਆਂ ਨੇ ਐਡੀ ਪਹੁੰਚ ਕਰਾਤੀ ਤੇ ਜਰਮਨ ਤੱਕ ਖਬਰਾਂ ਪਹੁੰਚਾਤੀਆਂ, ਤੇ BMW ਨੇ ਰੱਖ ਕੇ ਪ੍ਰੈਸ ਨੋਟ ਦੇ ਦਿੱਤਾ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਹੁਣ BMW ਵਾਲੇ ਪ੍ਰੈਸ ਨੋਟ ਤੇ, ਕਿਉਂਕਿ ਉਹ ਵੀ ਗਲਤ ਹੋ ਸਕਦਾ, ਵੀ ਸਾਨੂੰ ਕੀ ਪਤਾ ਵੀ ਉਹ ਕਿਸੇ ਕੰਪੀਟੈਂਟ ਅਥਾਰਟੀ ਤੋਂ ਆਇਆ, ਜਾਂ ਫਿਰ ਦੂਸਰੇ ਬੰਨੇ ਹੁਣ ਅਸੀਂ ਕਿਤੇ ਤੇ ਗੱਲ ਕਰ ਲਈਏ ਭਗਵੰਤ ਮਾਨ ਹੁਣੀ ਝੂਠ ਮਾਰਦੇ, ਕਿਉਂਕਿ ਝੂਠ ਤੇ ਕੋਈ ਵੀ ਮਾਰ ਸਕਦਾ ਨਾ। ਇਹ ਉਹ ਲੈਵਲ ਆ ਜਿੱਥੇ ਆਮ ਬੰਦਾ ਤੇ ਜੱਜ ਹੀ ਨਹੀਂ ਕਰ ਸਕਦਾ। ਫਿਰ ਆਪਾਂ ਕਹਿੰਦੇ ਨਾ ਵੀ ਲੱਗੂਗਾ ਤੇ ਜਾਣਾਂਗੇ, ਵੀ ਕੇਸ ਭਾਵੇਂ ਕਰੂੰਗਾ। ਹੁਣ ਜਿੰਨਾ ਚਿਰ ਪ੍ਰਤੱਖ ਨਹੀਂ ਹੁੰਦਾ, ਮੈਂ ਹਮੇਸ਼ਾ ਰਾਜਨੀਤੀ ਦੇ ਵਿੱਚ ਮੈਨੂੰ ਲੱਗਦਾ ਜਿੱਥੋਂ ਤੱਕ ਮੈਂ ਅੱਜ ਤੱਕ ਸਿੱਖਿਆ, ਤੁਹਾਨੂੰ ਕੋਈ ਕਹਿ ਦੇਵੇ ਨਾ ਵੀ ਆਹ ਚੀਜ਼ ਹੋਣੀ ਆ, ਤੇ ਮੈਂ ਉਹਨੂੰ ਕਹਿੰਦਾ ਵੀ ਬਹੁਤ ਸੋਹਣੀ ਗੱਲ ਆ, ਜੇ ਹੋਣੀ ਆ ਤੇ ਕੋਈ ਚੰਗੀ ਚੀਜ਼ ਹੋਵੇ ਤਾਂ ਮੈਂ ਕਹਿੰਦਾ ਬਹੁਤ ਸੋਹਣੀ ਗੱਲ ਆ, ਤੇ ਜੇ ਕੋਈ ਮਾੜੀ ਹੋਵੇ ਤਾਂ ਫਿਰ ਤਾਂ ਵੀ ਮੈਂ ਕਹਿੰਦਾ ਵੀ ਚਲੋ ਦੇਖਾਂਗੇ, ਜੇ ਹੋਊਗਾ ਤਾਂ ਕਹਿੰਦੇ ਆ। ਕਹਿੰਦੇ ਸੀ ਜੀ ਸੁਖਬੀਰ ਬਾਦਲ ਤੋਂ ਪੁੱਛਗਿੱਛ ਹੋਣੀਆਂ, ਤਾਂ ਸੁਖਬੀਰ ਬਾਦਲ ਨੂੰ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਕਹਿੰਦੇ ਜੀ ਕਰ ਲੈਣਾ। ਮੈਂ ਕਿਹਾ ਜੀ ਹੋਊਗਾ ਤਾਂ ਦੇਖਾਂਗੇ। ਇੱਦਾਂ ਹੀ ਫਿਰ ਗੱਲ ਹੁੰਦੀ ਸੀ ਜੀ, ਸਾਧੂ ਸਿੰਘ ਧਰਮਸੋਤ ਜੀ ਕਹਿੰਦੇ ਜੀ ਇੰਨੇ ਕਰੋੜ ਦਾ ਘਟਾਲਾ ਕਿੱਥੇ ਬਾਹਰ ਆ ਜਾਣਾ। ਮੈਂ ਕਿਹਾ ਜੀ ਹੋਊਗਾ ਤਾਂ ਦੇਖਾਂਗੇ। ਪਿੱਛੇ ਜੇ ਚਲੇ ਜਾਓ, ਥੋੜਾ ਪਿੱਛੇ ਚਲੇ ਜਾਓ, ਕਹਿੰਦੇ ਸੀ ਵੀ ਚੰਨੀ ਸਾਹਿਬ ਤੇ ਹੁਣ ਫਸ ਗਏ ਆ, ਚੰਨੀ ਸਾਹਿਬ ਦਾ ਭਤੀਜਾ ਜਿਹੜਾ ਭਾਣਜਾ ਲੱਗਦਾ ਆ ਹਨੀ, ਉਹ ਕਹਿੰਦੇ ਜੀ ਉਹਨੇ ਤਾਂ ਸਾਰਾ ਕੁਝ ਦੱਸ ਦੇਣਾ। ਮੈਂ ਕਿਹਾ ਜੀ ਹੋਊਗਾ ਤਾਂ ਦੇਖਾਂਗੇ। ਇਹ ਚੀਜ਼ਾਂ ਇਹ ਆ ਵੀ ਪੋਲਿਟਿਕਸ ਜਿਹੜੀ ਆ ਨਾ, ਇਹ ਅੰਦਰ ਖਾਤੇ, ਉਹ ਕਹਿੰਦੇ ਨੇ ਵੀ ਮਜੀਠੇ ਦਾ ਕਹਿੰਦਾ ਵੀ ਸਾਡੇ ਕੋਲੇ ਆਇਆ ਸੀ ਨਾ, ਤੂੰ ਕਹਿੰਦਾ ਸੀ ਮੇਰੇ ਕੇਸ ਮਾਫ ਕਰਾ ਦੋ, ਮੈਂ ਕਰਾਏ ਸੀ ਤੇਰੇ ਕੇਸ ਮਾਫ। ਸੁਖਬੀਰ ਬਾਦਲ ਬੜੀਆਂ ਸਾਰੀਆਂ ਪੋਲੀਟੀਕਲ ਸਟੇਟਮੈਂਟਸ ਦੇ ਦਿੰਦੇ ਇੱਦਾਂ। ਉਹ ਫਿਰ ਇਹਨਾਂ ਲੋਕਾਂ 'ਚੋਂ ਜਾਂਦੇ ਆ ਜਿਹੜੇ ਕਹਿੰਦੇ ਆ ਵੀ ਇਸ ਵਾਰ ਤੁਸੀਂ ਆ ਸਾਡੇ ਕੇਸ ਮਾਫ ਕਰ ਦਿਓ, ਅਸੀਂ ਅਗਲੀ ਵਾਰੀ ਕਰ ਦਾਂਗੇ, ਤੇ ਇਹ ਫਿਰ ਰਲੀਆਂ ਹੀ ਹੁੰਦੀਆਂ, ਪਤਾ ਕੁਛ ਨਹੀਂ ਲੱਗਦਾ। ਬਿਲਕੁਲ ਜੀ, ਰਾਜਾ ਵੜਿੰਗ ਹੋਰਾਂ ਨੇ ਵੀ ਇੱਕ ਸਟੇਟਮੈਂਟ ਦਿੱਤੀ ਸੀ ਨਾ ਕਿ ਸੰਨ 2022 ਦੇ ਵਿੱਚ ਤੁਸੀਂ ਸਾਡੀਆਂ ਫਾਈਲਾਂ ਖੋਲ੍ਹਦੇ ਪਏ ਹੋ, ਸੰਨ 2027 ਦੇ ਵਿੱਚ ਅਸੀਂ ਤੁਹਾਡੀਆਂ ਫਾਈਲਾਂ ਖੋਲ੍ਹਾਂਗੇ। ਮਤਲਬ ਤੁਹਾਡੀਆਂ ਫਾਈਲਾਂ ਬਣਦੀਆਂ ਪਈਆਂ ਨੇ, ਜੇ ਹੋਣਗੀਆਂ ਤਾਂ ਹੀ ਖੋਲੋਗੇ ਨਾ ਜੀ। ਇਹਦਾ ਮਤਲਬ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇਦਾਂ ਦੇ ਹੀ ਨੇ ਕਿ ਉਹਨਾਂ ਦੀਆਂ ਫਾਈਲਾਂ ਬਣ ਜਾਣਗੀਆਂ, ਫਿਰ ਬਾਅਦ ਕੱਪੜੇ ਸਾਹਮਣੇ ਆਉਣਗੇ। ਤੁਸੀਂ ਉਹ ਨਾਇਕ ਵਾਂਗੂ ਲੱਗਾ ਹੋਇਆ ਸੀ ਰਾਜਾ ਵੜਿੰਗ ਵੀ, ਜਦੋਂ ਕੰਮ ਕਰਨਾ ਸੀਗਾ, ਕਦੀ ਕਿਸੇ ਅੱਡੇ ਤੇ ਜਾ ਕੇ ਆਪ ਝਾੜੂ ਮਾਰਨਾ, ਕਦੀ ਕਿਸੇ ਅੱਡੇ ਤੇ ਆਜੂ ਮਾਰਨਾ। ਫਿਰ ਅਗਲਿਆਂ ਨੇ ਕਿਹਾ ਵੀ ਮੁੰਡਾ ਕੰਮ ਜ਼ਿਆਦਾ ਕਰਦਾ, ਇਹਨੂੰ ਪ੍ਰਧਾਨਗੀ ਲਾ ਦਿਓ। ਹੁਣ ਪ੍ਰਧਾਨ ਲਾਇਆ ਤੇ ਕਹਿੰਦੇ ਨੇ ਵੀ ਤੁਸੀਂ, ਮੇਰਾ ਮਿੱਤਰ ਆ ਜੀ, ਕਹਿੰਦੇ ਉਹ ਨਾ ਥੋੜੀ ਜਿਹੀ ਵੱਡੀ ਕੰਪਨੀ ਦੇ ਵਿੱਚ ਸੀਗਾ ਤੇ ਮਾਰਕੀਟਿੰਗ ਕਰਦਾ ਸੀਗਾ ਜੀ। ਮਾਰਕੀਟਿੰਗ ਤੋਂ ਉਹਨੂੰ ਲਾ ਦਿੱਤਾ ਵੀ, ਤੇ ਉਹ ਕਹਿੰਦੇ ਵੀ ਥੋੜੇ ਸਾਲਾਂ ਦੇ ਵਿੱਚ ਹੀ ਉਹ ਅਗਲਾ ਕਲਸਟਰ ਬਣਾਤਾ ਹੈ, ਕਲਸਟਰ ਹੈਡ। ਕਹਿੰਦਾ ਵੀ ਮੈਂ ਕਲਸਟਰ ਹੈਡ ਬਣਨ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ ਤੋਂ? ਕਹਿੰਦੇ ਜੀ ਤਨਖਾਹ ਤਾਂ 5-6 ਹਜ਼ਾਰ ਹੀ ਵਧਣੀ ਸੀਗੀ। ਕਹਿੰਦਾ ਜਿਨ੍ਹਾਂ ਲੋਕਾਂ ਦੇ ਨਾਲ, ਜਿਨ੍ਹਾਂ ਲੋਕਾਂ ਤੋਂ ਮੈਂ ਸਿੱਖਿਆ, ਬਜ਼ੁਰਗ ਆ ਲੋਕ, ਮੇਰੇ ਤੋਂ ਵੱਡੇ ਲੋਕ ਆ, ਉਹਨਾਂ ਤੋਂ ਕਹਿੰਦਾ ਕੰਮ ਕਰਾਉਣਾ ਬਹੁਤ ਔਖਾ ਹੀ। ਉਹ ਕਹਿੰਦਾ ਥੱਲੇ ਬੈਠੇ ਹੁੰਦੇ ਆ, ਫਿਰ ਜੇ ਤੁਸੀਂ ਮਾੜਾ ਜਿਹਾ ਵੀ ਕਹਿ ਤਾ ਅਗਲਿਆਂ ਨੇ ਕੰਮ ਨਹੀਂ ਕਰਨਾ।
ਐਦਾਂ ਕਹਿੰਦਾ ਕੋਈ ਸੀਨੀਅਰ ਬੰਦਾ ਆ ਜਾਊਗਾ ਉੱਪਰੋਂ ਆਪੇ ਹੀ ਕੰਮ ਕਰਨਗੇ। ਕਹਿੰਦਾ ਮੈਂ ਇਹਨਾਂ ਨੂੰ ਜਾਣਦਾ ਕਿਉਂਕਿ ਮੈਂ ਤਾਂ ਅੰਕਲ ਜੀ ਭਾਜੀ ਕਹਿ ਕੇ ਸਿੱਖਿਆ ਇਹਨਾਂ ਤੋਂ। ਜਦੋਂ ਕਹਿੰਦਾ ਤੁਸੀਂ ਵਿੱਚੋਂ ਨਿਕਲ ਕੇ ਉੱਪਰ ਵਾਲੀ ਜਾਂਦੇ ਨਾ ਫਿਰ ਖੁਦਕਾਂ ਬਹੁਤ ਹੁੰਦੀਆਂ। ਹੁਣ ਪੋਲੀਟੀਕਲ ਸਿਸਟਮ ਵੀ ਇਦਾਂ ਦਾ ਹੀ ਆ। ਰਾਜਾ ਵੜਿੰਗ ਸਿਖਰਲੀ ਚੋਟੀ ਤੇ ਬੈਠ ਗਿਆ, ਇਹਦੇ ਪਿੱਛੇ ਥੱਲੇ ਪ੍ਰਤਾਪ ਬਾਜਵਾ ਬਥੇਰੇ ਸੀਨੀਅਰ ਲੀਡਰ ਸੀਗੇ। ਅਗਲੇ ਕਾਹਤੋਂ ਕੰਮ ਕਰਨ? ਅਗਲੇ ਵੀ ਚਾਹੁੰਦੇ ਆ ਵੀ ਚਾਹੇ ਅਸੀਂ ਕੁਛ ਕੀਤਾ ਨਾ ਹੋਵੇ ਅਸੀਂ ਕਿਉਂ ਨਾ ਬੈਠੀਏ। ਸੁਨੀਲ ਜਾਖੜ ਅਗਲਾ ਉਹ ਤਾਂ ਛੱਡ ਗਿਆ, ਕਹਿੰਦਾ ਜੀ ਮੈਂ ਇਹ ਕੱਲ੍ਹ ਦਾ ਆਇਆ ਜਵਾਕ ਮੇਰੀ ਸੀਟ ਤੇ ਬੈਠ ਗਿਆ, ਮੈਨੂੰ ਇੰਨਾ ਚਿਰ ਹੋ ਗਿਆ। ਇਹ ਬਹੁਤ ਪੋਲੀਟੀਕਲ ਸਿਸਟਮ ਜਿਹੜਾ ਗਲਤ ਹੈ। ਹੁਣ ਤਾਂ ਮੈਨੂੰ ਲੱਗਦਾ ਰਾਜਾ ਵੜਿੰਗ ਇੱਦਾਂ ਦੇ ਹੋ ਗਏ ਆ ਵੀ ਉਹ ਆਪਣਾ ਚੱਕਿਆ ਹੋਇਆ ਡੋਲੂ ਤੇ ਉਹ ਵਜਾਈ ਜਾਂਦੇ ਆ ਪਿੱਛੇ ਪ੍ਰਗਟ ਸਿੰਘ ਹੋਣਾ ਤੇ ਪਾਰਟੀ ਵੱਖਰਾ ਡੋਲੂ ਵਜਾਈ ਜਾਂਦੀ ਆ, ਤੇ ਪ੍ਰਤਾਪ ਬਾਜਵਾ ਕਿਸੇ ਝੋਲੀ 'ਚ ਨਹੀਂ, ਉਹ ਕਹਿੰਦਾ ਮੈਂ ਆਪਦਾ ਇਕੱਲਾ ਹੀ ਸ਼ੇਰ ਹਾਂ। ਤੁਸੀਂ ਦੱਸੋ ਖਹਿਰਾ ਸਾਹਿਬ, ਵੱਡੀਆਂ ਗੱਲਾਂ ਕਰਨ ਤੋਂ ਇਲਾਵਾ ਜਾਂ ਫੜਾ ਮਾਰਨ ਤੋਂ ਇਲਾਵਾ ਕੀ ਕਰਦੇ ਨੇ ਇਹ ਲੋਕ? ਇਹ ਬਹੁਤ ਕੁਝ ਕਰਦੇ ਆ, ਪਾਰਟੀ ਦੇਸ਼ ਕਰਦੇ ਵਾਸਤੇ ਜਾਂ ਦੁਨੀਆ ਵਾਸਤੇ ਜਾਂ ਲੋਕਾਂ ਵਾਸਤੇ ਕੀ ਕਰਦੇ ਨੇ, ਸੂਬੇ ਵਾਸਤੇ ਕੀ ਕਰਦੇ ਨੇ? ਗੱਲਾਂ ਹੀ ਇੱਕ ਦੂਜੇ ਦੇ ਉੱਤੇ ਤੋਹਮਤਾਂ, ਤੁਸੀਂ ਇੱਦਾਂ ਕੀਤਾ, ਤੁਸੀਂ ਇੱਦਾਂ ਕੀਤਾ, ਉਹ ਕਹਿੰਦਾ ਤੁਸੀਂ ਵੀ ਤਾਂ ਇੱਦਾਂ ਕੀਤਾ ਸੀ। ਉਹ ਭਾਈ ਤੁਸੀਂ ਆਪਸ 'ਚ ਜਿਹੜਾ ਲੜਨਾ ਲੜ ਲਵੋ, ਪਰ ਉਹਦੇ 'ਚ ਸਾਡਾ ਕੀ ਫਾਇਦਾ? ਤੁਸੀਂ ਦੱਸੋ। ਜਿਹੜੇ ਪੰਜਾਬ ਦੇ ਲੋਕ ਆ, ਜਿਹੜੇ ਤੁਹਾਡੇ ਤੋਂ ਤਵੱਕੋ ਰੱਖਦੇ ਨੇ, ਜਿਨ੍ਹਾਂ ਨੇ ਤੁਹਾਨੂੰ ਇਹਨਾਂ ਸੀਟਾਂ 'ਤੇ ਬਿਠਾਇਆ ਹੈ ਇਲੈਕਸ਼ਨਸ ਦੇ ਵਿੱਚ ਵੋਟਾਂ ਪਾ ਕੇ, ਉਹਨਾਂ ਦੇ ਪੱਲੇ ਕੀ ਪਾਉਂਦੇ ਪਏ? ਪਹਿਲਾਂ ਤੁਸੀਂ ਇਹ ਗੱਲ ਦੱਸੋ। ਉਹਨਾਂ ਦੇ ਪੱਲੇ ਤਾਂ ਕੁਝ ਵੀ ਨਹੀਂ। ਉਹ ਤਾਂ ਦਿਨ ਰਾਤ ਉਹੀ ਪੀਸਦੇ ਪਏ ਨੇ, ਮਹਿੰਗਾਈ ਹੈ ਜੀ, ਐਡਮਿਨਿਸਟ੍ਰੇਸ਼ਨ ਠੀਕ ਨਹੀਂ ਜੀ, ਸਿਕਿਉਰਿਟੀ ਨਹੀਂ ਹੈਗੀ ਜੀ, ਹਰ ਵਕਤ ਲਾਈਫ ਦਾ ਰਿਸਕ ਬਣਿਆ ਹੋਇਆ ਜੀ। ਘਰੋਂ ਬੰਦਾ ਕੰਮ ਤੇ ਜਾਂਦਾ, ਗਰੰਟੀ ਨਹੀਂ ਹੁੰਦੀ ਉਹ ਜਿਉਂਦਾ ਵਾਪਸ ਆਊਗਾ। ਅੱਛਾ ਮੈਂ ਤੁਹਾਨੂੰ ਗੱਲ ਦੱਸਦਾ, ਇਹ ਇਦਾਂ ਦੇ ਹਾਲਾਤ ਇਦਾਂ ਦੇ ਰਿਸਕੀ ਨੇ। ਜੇ ਕੋਈ ਹੋਰ ਗੱਲ ਨਹੀਂ ਤੇ ਟ੍ਰੈਫਿਕ ਇੰਨਾ ਵਾਹਿਆਤ ਹੋ ਚੁੱਕਾ ਹੈ ਕਿ ਟ੍ਰੈਫਿਕ ਰੂਲਸ ਦਾ ਤੁਸੀਂ ਹਾਲ ਦੇਖੋ ਕੀ। ਤੁਹਾਨੂੰ ਮੈਂ ਟ੍ਰੈਫਿਕ ਦੀ ਗੱਲ ਦੱਸਦਾ। ਮੈਂ ਮੁਹਾਲੀ ਕੰਮ ਕਰਦਾ ਸੀਗਾ। ਹੁਣ ਇਹ ਵੀ ਹੁੰਦਾ ਕਿ ਮੈਂ ਵੀ ਆਉਣਾ ਜਾਣਾ ਹੁੰਦਾ, ਲੋਕ ਇਹ ਵੀ ਜਾਂਦੇ, ਮੰਤਰੀ ਵੀ ਹੋ ਗਏ, ਮੁਹਾਲੀ ਸਾਡਾ ਗੜ੍ਹ। ਇਹਨਾਂ ਨੇ ਕਿਤੇ ਟ੍ਰੈਫਿਕ 2 ਮਿੰਟ ਲਈ ਰੁਕ ਜਾਵੇ, ਇਹਨਾਂ ਨੇ ਖਰੂਦ ਪਾ ਦੇਣਾ, ਇਹਨਾਂ ਦੀਆਂ ਗੱਡੀਆਂ ਨੇ ਛਾਂ ਪਾਂ ਟਾਂ ਕਰ ਰੱਖੇ ਲਾ ਦੇਣੀਆਂ। ਤੇ ਮੈਂ ਇੱਕ ਦਿਨ ਆਪਣੇ ਦੋਸਤ ਨੇ ਪੁੱਛਦਾ ਸੀ ਵੀ ਮੈਂ ਕਿਹਾ ਵੀ ਇਹ ਐਡਾ ਇਹਨਾਂ ਦਾ 2-2 ਮਿੰਟ 1-1 ਮਿੰਟ ਕੀਮਤੀ ਆ, ਕਰਦੇ ਕੀ ਆ? 75 ਸਾਲ ਹੋ ਗਏ ਇਹਨਾਂ ਦੇ 1-1 ਮਿੰਟ ਨੇ ਸਾਡਾ ਕੁਝ ਤੇ ਸਵਾਰਿਆ ਨਹੀਂ। ਸਿਰਫ ਉਹ ਗੱਲ ਆ ਨਾ ਵੀ ਇਹ ਦਿਖਾਵੇ ਲਈ ਤੰਤਰ ਮੰਤਰ ਜਿਹੜਾ ਬੜਾ ਸੋਹਣਾ ਵਰਤਦੇ ਆ। ਤੁਸੀਂ ਦੱਸੋ 75 ਸਾਲ ਤੋਂ ਗਰੀਬੀ ਦੂਰ ਕਰਨ ਲੱਗੇ ਹੋਏ ਆ, ਹਜੇ ਤੱਕ ਹੋਈ ਕਿਉਂ ਨਹੀਂ? ਚਲੋ ਹੋ ਜੂਗੀ ਹੌਲੀ ਹੌਲੀ। ਹੁਣ ਤਾਂ 5 ਟ੍ਰਿਲੀਅਨ ਦੀ ਜਿਹੜੀ ਇਕਨੋਮੀ ਆ, $5 ਟ੍ਰਿਲੀਅਨ ਦੀ ਜਿਹੜੀ ਇਕਨੋਮੀ ਆ ਵੀ ਬਣਨੀ ਆ। ਜੇ ਗਰੀਬੀ ਦੂਰ ਕਰ ਦਿੱਤੀ ਤੇ ਵੋਟ ਬੈਂਕ ਦੂਰ ਚਲਾ ਜਾਣਾ। ਫਿਰ ਵੋਟ ਕਿਹਨੇ ਪਾਉਣੀ ਹੈ? ਗਰੀਬੀ ਦੂਰ ਕਰਨ ਦਾ ਤੇ ਝਾਂਸਾ ਦੇ ਕੇ ਤੇ ਵੋਟਾਂ ਲੈਣੀਆਂ ਨੇ। ਨਹੀਂ, ਹੱਥ ਕਿਹਨੇ ਜੋੜਨੇ ਆ? ਅੱਗੇ ਵਧੀਏ ਫਿਰ। ਅੱਗੇ ਵਧਦੇ ਆ ਜੀ। ਅੱਗੇ ਇਹ ਹੈ ਕਿ ਸਮਾਰਟ ਸਿਟੀ ਬਣਾਉਣ ਦਾ ਸੁਪਨਾ ਦੇਖਦੇ ਸੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਾਫੀ ਦੇਰ ਪਹਿਲਾਂ। ਫਿਰ ਜਲੰਧਰ ਤੱਕ ਵੀ ਅਸੀਂ ਪਹੁੰਚੇ, ਕਿਉਂਕਿ ਜਲੰਧਰ 'ਚ ਬੈਠੇ ਆ ਤਾਂ ਜਲੰਧਰ ਦੀ ਗੱਲ ਕਰਦੇ ਹਾਂ। ਹਜ਼ਾਰਾਂ ਕਰੋੜ ਦਾ ਪਹੁੰਚਿਆ ਇੱਥੇ ਬਜਟ, ਤਾਂ ਇਸ ਵਕਤ 14-15 ਕਰੋੜ ਹੀ ਰਹਿ ਗਿਆ ਖਾਤੇ ਦੇ ਵਿੱਚ, ਜੋ ਸਮਾਰਟ ਸਿਟੀ ਦਾ ਖਾਤਾ ਸੀ। ਬਾਕੀ ਸਭ ਠੇਕੇਦਾਰਾਂ ਨੂੰ ਵੰਡ ਦਿੱਤਾ ਗਿਆ, ਕਪਲੇ ਹੋ ਗਏ, ਆਪਸ ਖਾ ਪੀ ਲਿਆ। ਔਰ ਹੁਣ ਜਿਹੜੇ ਉਹ ਆਫਿਸ ਬਣੇ ਹੋਏ ਨੇ, ਕਹਿੰਦੇ ਜੀ ਉੱਥੇ ਭੂਤ ਨੱਚਦੇ ਨੇ, ਉੱਥੇ ਕੋਈ ਸਫਾਈ ਕਰਮਚਾਰੀ ਵੀ ਨਹੀਂ ਹੈਗਾ, 2-3 ਬੰਦੇ ਆਉਂਦੇ ਨੇ ਬਸ, ਉਹ ਦਫ਼ਤਰ ਖੋਲ੍ਹ ਕੇ ਬਹਿ ਜਾਂਦੇ ਨੇ, ਨਾ ਕੋਈ ਆਂਦਾ ਨਾ ਕੋਈ ਜਾਂਦਾ। ਪਹਿਲਾਂ ਤਾਂ ਠੇਕੇਦਾਰਾਂ ਦਾ ਉੱਥੇ ਮੇਲਾ ਲੱਗਾ ਰਹਿੰਦਾ ਸੀ ਜਦੋਂ ਤੱਕ ਪੈਸੇ ਹੈਗੇ ਸੀ, ਹੁਣ ਉੱਥੇ ਕੋਈ ਵੀ ਨਹੀਂ। ਹੁਣ ਇਹ ਹਜ਼ਾਰਾਂ ਕਰੋੜ ਰੁਪਏ ਖਾ ਪੀ ਜਾਂਦੇ ਨੇ, ਹਰ ਚੀਜ਼ ਖਾ ਪੀ ਜਾਂਦੇ ਨੇ। ਇਹ ਕਿੰਨਾ ਕੁ ਹਾਜ਼ਮਾ ਇਹਨਾਂ ਦਾ ਮਜ਼ਬੂਤ ਹੈ? ਇੰਨਾ ਖਾ ਪੀ ਜਾਂਦੇ ਨੇ, ਹਜ਼ਮ ਵੀ ਹੋ ਜਾਂਦਾ। ਕਹਿੰਦੇ ਆ ਇਨਵੈਸਟਮੈਂਟ ਕਰਨੀ ਬਹੁਤ ਔਖੀ ਆ, ਜੇ ਖਰਚਣਾ ਹੋਵੇ ਤਾਂ ਉਹ ਇੱਕ ਦਿਨ 'ਚ ਖਰਚਿਆ ਜਾਂਦਾ। ਬੜੇ ਅਸੀਂ ਜਦੋਂ ਸਕੂਲਾਂ 'ਚ ਪੜ੍ਹਦੇ ਹੁੰਦੇ ਸਾਨੂੰ ਪੁੱਛਦੇ ਹੁੰਦੇ ਨਾ ਮਾਸਟਰ ਸਵਾਲ ਵੀ ਤੈਨੂੰ 3 ਕਰੋੜ ਰੁਪਇਆ ਦਿੱਤਾ ਤੇ ਤੂੰ ਕੀ ਕਰੂੰਗਾ? ਅਸੀਂ ਉਹੀ ਨਿਆਣਪੁਣੇ ਵਾਲੀ ਗੱਲ, ਮੈਂ ਚਾਕਲੇਟਾਂ ਲੈ ਲੈਣੀਆਂ, ਮੈਂ ਆਹ ਲੈ ਲੈਣਾ, ਮੇਰੇ ਭਾਪੇ ਕੋਲ ਟਰੈਕਟਰ ਨਹੀਂ ਆ, ਅਸੀਂ 3 ਟਰੈਕਟਰ ਲੈ ਲੈਣੇ ਆ, ਨਾਲ ਟਰਾਲੀਆਂ ਅਸੀਂ ਫਿਰੋਜ਼ਪੁਰ ਰੰਗਾਉਣੀਆਂ ਆ। ਅਸੀਂ ਜਿੰਨੀ ਕੁ ਨੌਲੇਜ ਹੈਗੀ ਸੀ, ਜਿੰਨੀ ਕੁ ਨੌਲੇਜ ਹੁੰਦੀ ਸੀਗੀ। ਹੁਣ ਇਹਨਾਂ ਨੂੰ ਨੌਲੇਜ ਬੜੀ ਹੈ, ਪਤਾ ਲੱਗਦਾ ਇਹਨਾਂ ਦਾ ਵੀ ਇਹ ਇੱਦਾਂ ਨਹੀਂ ਕਰਦੇ, ਭਾਪੇ ਦੀਆਂ ਟਰਾਲੀਆਂ ਨਹੀਂ ਰੰਗਾਉਂਦੇ। ਇਹ ਤਾਂ ਕਿਤੇ ਕਦੀ ਦੁਬਈ ਕੋਈ ਇਹਨਾਂ ਦੀ ਪਾਰਕਿੰਗ ਲੈ ਲੈਂਦੇ ਆ, ਫਿਰ ਕਈ ਹੋਟਲ ਮੋਟਲਸ ਢਾਬੇ ਜਿਹੜੇ ਆ ਇਹਨਾਂ ਦੇ ਦੁਨੀਆ ਭਰ ਦੇ ਵਿੱਚ ਹੁੰਦੇ ਆ, ਵੀ ਇੱਕ ਬੇਰ ਦਾ ਬੂਟਾ ਲਾ ਲੈਂਦੇ ਜਦੋਂ ਸਾਰੀ ਉਮਰ ਬੇਰ ਖਾਂਦੇ ਆ। ਇਹ ਇਦਾਂ ਆ। ਹੁਣ ਤੁਸੀਂ ਹਿਸਾਬ ਲਾ ਲਓ, ਪਾਰਕਿੰਗ ਲਾਣੀ ਹੋਵੇ ਤਾਂ 1200-1300 ਕਰੋੜ ਦਾ ਤਾਂ ਖਰਚਾ ਹੈਗਾ ਹੀ ਆ ਜੀ। ਪਤਾ ਨਹੀਂ ਇੰਨਾ ਪੈਸਾ ਇਹ ਕਮਾ ਕੇ ਲੈ ਕੇ ਕਿੱਥੇ ਜਾਣਾ। ਦੇਖੋ ਸਮਾਰਟ ਸਿਟੀ ਵਾਸਤੇ ਦਿੱਤਾ ਗਿਆ, ਨਾ ਸਮਾਰਟ ਹੈ ਤਾਂ ਨਾ ਸਿਟੀ ਹੈ। ਉਹ ਇੱਕ ਦਫ਼ਤਰ ਰਹਿ ਗਿਆ, ਉਹ ਦਫ਼ਤਰ ਵਿਚਾਰਾ ਬਾਵਾ ਕਰਦਾ ਪਿਆ, ਉੱਥੇ ਕੋਈ ਬੰਦਾ ਨਹੀਂ, ਕੋਈ ਪਰਿੰਦਾ ਨਹੀਂ। ਸਭ ਤੋਂ ਵੱਡੀ ਪ੍ਰੋਬਲਮ ਕਰਪਸ਼ਨ ਦੀ ਆ। ਮੋਦੀ ਸਾਹਿਬ ਜਦੋਂ ਹੀ ਪੁੱਛਦੇ ਆ ਕਿ ਭ੍ਰਿਸ਼ਟਾਚਾਰ, ਕਹਿੰਦੇ ਆ ਵੀ ਮੈਂ ਕਰਪਸ਼ਨ ਜਿਹੜੀ ਆ ਦੂਰ ਕਰ ਦਿੱਤੀ। ਮੈਨੂੰ ਮੋਦੀ ਸਾਹਿਬ ਦਾ ਇੱਕ ਬੜਾ ਚੰਗਾ ਕੰਮ ਲੱਗਦਾ, ਡਾਇਲੋਗ ਬਹੁਤ ਸੋਹਣੇ ਕਰਦੇ ਆ, ਬਹੁਤ ਵਧੀਆ, ਬਹੁਤ ਸੋਹਣਾ ਉਹਨਾਂ ਦਾ ਵਿਚਾਰ ਚਰਚਾ ਹੁੰਦੀ ਆ। ਔਰ ਵੌਇਸ ਮੋਡੂਲੇਸ਼ਨ ਲੱਗਦਾ, ਹਰ ਚੀਜ਼ ਸਿੱਖੀ ਹੋਈ ਆ। ਅਟਲ ਬਿਹਾਰੀ ਵਾਜਪਾਈ ਵਾਂਗੂ ਪੌਜ਼ ਵੀ ਲੈਂਦੇ ਆ, ਹਾਲਾਂਕਿ ਉਹਨਾਂ ਦਾ ਪੌਜ਼ ਬੜਾ ਨੈਚੁਰਲ ਜਿਹਾ ਲੱਗਦਾ ਹੁੰਦਾ ਸੀ ਤੇ ਇਹਨਾਂ ਦਾ ਪੌਜ਼ ਇੱਦਾਂ ਲੱਗਦਾ ਸਕ੍ਰਿਪਟਡ ਆ। ਹੁਣ
ਇੱਕ ਚੀਜ਼ ਤਾਂ ਹੈ ਕਿ ਇੱਕ ਵਿਦੇਸ਼ ਅੱਗੇ ਥੋੜ੍ਹੇ ਸਾਲ ਪਹਿਲਾਂ ਪਹਿਲੀ ਟਰਮ ਦੇ ਵਿੱਚ ਵਿਦੇਸ਼ ਜਾਣਾ ਤੇ ਉੱਥੋਂ ਕੋਈ ਸਿੱਖ ਕੇ ਤੇ ਨਾਲ ਹੀ ਫੱਟ ਲਾਗੂ ਕਰ ਦੇਣੀ, ਨਾ ਕਿਸੇ ਨਾਲ ਸਲਾਹ ਨਾ ਮਸ਼ਵਰਾ, ਕਿਉਂਕਿ ਆਪ ਹੀ ਕਹਿੰਦੇ ਮੈਂ ਰੱਜੀ ਪੁੱਜੀ ਤੇ ਆਪ ਹੀ ਮੇਰੇ ਬੱਚੇ ਜੀਣ। ਬਹੁਤ ਵੱਡੀ ਮੈਜੋਰਿਟੀ ਇਹਨਾਂ ਕੋਲੇ ਤੇ ਇਹਨਾਂ ਨੂੰ ਪੁੱਛਣ ਦੀ ਲੋੜ ਵੀ ਨਹੀਂ ਪੈਂਦੀ ਸੀਗੀ। ਹੁਣ ਕਈ ਚੀਜ਼ਾਂ ਜਿਹੜੀਆਂ ਤੁਸੀਂ ਸੋਚਦੇ ਬਹੁਤ ਸੋਹਣਾ ਆ, ਤੁਸੀਂ ਇਜ਼ਰਾਈਲੀ ਕੰਪਨੀਆਂ ਨੂੰ ਬੁਲਾ ਲੈਂਦੇ ਆ ਵੀ ਜੇ ਅਸੀਂ ਗੰਗਾ ਸਾਫ਼ ਕਰਨੀ ਹੈ, ਪਰ ਗੰਗਾ ਨੂੰ ਸਾਫ਼ 8 ਸਾਲ ਹੋ ਗਏ, 8.5 ਸਾਲ ਹੋ ਗਏ, ਤੁਸੀਂ ਹਲੇ ਤੱਕ ਗੰਗਾ ਸਾਫ਼ ਨਹੀਂ ਹੋਈ। ਸ਼ੁਰੂ ਤੇ ਬਹੁਤ ਸੋਹਣਾ ਕੰਮ ਕਰ ਲੈਂਦੇ ਇਹ, ਪਰ ਉਹਦੀ ਪੈਰਵਾਈ ਨਹੀਂ ਕਰਦੇ। ਉਹ ਪੈਰਵਾਈ ਇਸ ਲਈ ਨਹੀਂ ਹੁੰਦੀ, ਆਪ ਵੀ ਖਾਣਾ, ਅਗਲਿਆਂ ਨੂੰ ਵੀ ਖਿਲਾਉਣਾ। ਪਹਿਲਾਂ ਹੀ ਹਿੱਸੇ ਤੈਅ ਹੁੰਦੇ ਨੇ ਕਿ ਇੰਨਾ ਆ ਰਿਹਾ, ਇੰਨਾ % ਉਧਰ, ਇੰਨਾ % ਉਧਰ, ਬਾਕੀ ਜਿਹੜਾ ਬਚਿਆ ਖੁਚਿਆ ਦੇਖ ਲੈਂਦੇ ਉਹਦੇ 'ਚ ਕਿਹੜਾ ਕੰਮ ਹੋ ਸਕਦਾ ਜਿਹੜਾ ਕੰਮ ਹੋਣਾ ਉਹਨਾਂ ਕੁ ਸਮਾਰਟ ਹੋ ਜਾਣਾ ਹੈ ਜਿੰਨਾ ਕੋ ਬਚ ਗਿਆ। ਪਹਿਲਾਂ ਤਾਂ ਆਪ ਸਮਾਰਟ। ਅੰਮ੍ਰਿਤਸਰ, ਲੁਧਿਆਣਾ, ਜਿਹੜਾ ਆ ਜਲੰਧਰ, ਇਹ ਸਮਾਰਟ ਸਿਟੀ ਵੀ ਚੁਣਿਆ ਗਿਆ। ਨਹੀਂ, ਹੁਣ ਮੈਂ ਇਹ ਸੋਚਦਾ ਕਿ ਸਮਾਰਟ ਸਿਟੀ ਬਣਾਉਣ ਵਾਸਤੇ ਬਜਟ ਸੀ ਕਿ ਇਹਨਾਂ ਨੂੰ ਸਮਾਰਟ ਬਣਾਉਣ ਵਾਸਤੇ ਬਜਟ ਸੀ। ਇਹ ਸੋਚਣ ਵਾਲੀ ਗੱਲ ਹੈ। ਪਰ ਇਹ ਤਾਂ ਆਲਰੇਡੀ ਬੜੇ ਸਮਾਰਟ ਨੇ, ਇਹਨਾਂ ਨੂੰ ਪਤਾ ਹੈ ਕਿ ਕਿੱਥੋਂ ਕਿੱਥੋਂ ਕੀ ਖਾਣਾ, ਕਿੱਦਾਂ ਖਾਣਾ, ਤਾਂ ਕਿ ਸਾਡੇ ਕੋਈ ਫੁੱਟਪ੍ਰਿੰਟਸ ਵੀ ਨਾ ਮਿਲਣ ਜੀ, ਹੈ ਨਾ, ਕੋਈ ਸਬੂਤ ਵੀ ਨਾ ਮਿਲੇ। ਉੱਦਾਂ ਸਭ ਕੁਝ ਆ ਦੇਣਾ, ਵਾਊਚਰਸ ਕਿੱਦਾਂ ਬਣਾਉਣੇ ਨੇ, ਇਹਨਾਂ ਦੇ ਅਕਾਊਂਟੈਂਟਸ ਵੀ ਬੜੇ ਜ਼ਬਰਦਸਤ ਨੇ, ਕਿੱਥੋਂ ਖਰਚੇ ਪਾਉਣੇ ਨੇ, ਕਿੱਥੋਂ ਆਮਦਨੀ ਦਿਖਾਉਣੀ, ਸਭ ਕੁਝ ਪਰਫੈਕਟਲੀ ਸ਼ੋਅ ਕਰ ਦਿੰਦੇ ਨੇ। ਹਾਂ, ਕੁਝ ਸਾਲਾਂ ਬਾਅਦ ਜਦੋਂ ਫਾਈਲਾਂ ਨਿਕਲਦੀਆਂ ਨੇ, ਉਹ ਜੀ ਇੱਥੇ ਇੰਨੇ 1000 ਕਰੋੜ ਦਾ ਘਪਲਾ ਸੀ, ਇੱਥੇ ਇੰਨੇ 1000 ਕਰੋੜ ਦਾ ਘਪਲਾ ਸੀ, ਇਹ ਰਹਿ ਜਾਂਦੀਆਂ ਨੇ ਗੱਲਾਂ। ਫਿਰ ਆਪਾਂ ਬਹਿ ਕੇ ਡਿਸਕਸ ਕਰਦੇ ਰਹਿੰਦੇ ਹਾਂ। ਵਾਕਈ। ਸੋ ਅੱਗੇ ਵੱਧਦੇ ਹਾਂ। ਜਿਹੜਾ 45,000 ਕਰੋੜ ਅਮਰੀਕਾ ਨੇ ਦਿੱਤਾ F-16 ਜਹਾਜ਼ਾਂ ਦੀ ਦੇਖਰੇਖ ਵਾਸਤੇ, ਮੇਨਟੇਨੈਂਸ ਵਾਸਤੇ ਪਾਕਿਸਤਾਨ ਨੂੰ, ਉਹਦੇ ਉੱਤੇ ਜਿਹੜੇ ਸਾਡੇ ਰੱਖਿਆ ਮੰਤਰੀ ਨੇ ਨਾ, ਜੋ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਜੀ, ਉਹਨਾਂ ਨੇ ਕਾਫੀ ਇਹਦੇ ਉੱਤੇ ਚਿੰਤਾ ਜਤਾਈ ਹੈ। ਤੇ ਜੋ ਉਹਨਾਂ ਦੇ ਹਮ ਰੁਤਬਾ ਅਮਰੀਕਾ ਦੇ ਵਿੱਚ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਫੋਨ ਦੇ ਉੱਤੇ, ਔਰ ਟਵੀਟ ਵੀ ਕੀਤਾ ਹੈ ਕਿ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਇਸ ਵਕਤ ਤੁਸੀਂ ਉਹਨਾਂ ਨੂੰ ਜਿਹੜੀ ਹਿਊਮਨਟੇਰੀਅਨ ਗਰਾਊਂਡ ਦੇ ਉੱਤੇ ਮਦਦ ਦੇਣੀ ਚਾਹੀਦੀ ਸੀ, ਮਨੁੱਖਤਾ ਦੇ ਆਧਾਰ 'ਤੇ ਦੇਣੀ ਚਾਹੀਦੀ ਸੀ ਕਿ ਉੱਥੇ ਹੜ੍ਹ ਆਏ ਹੋਏ ਨੇ, ਤੁਸੀਂ ਇਹ ਹਥਿਆਰਾਂ ਦੀ ਮੇਨਟੇਨੈਂਸ ਵਾਸਤੇ ਦੇ ਰਹੇ ਹੋ, ਇਹ ਕਿਤੇ ਸਾਡੇ ਵਾਸਤੇ ਤਾਂ ਇਸਤੇਮਾਲ ਨਹੀਂ ਹੋਣ ਵਾਸਤੇ ਹੈਗੇ ਨੇ ਕਿ ਇਹ ਹਥਿਆਰ ਇੱਧਰ ਨੂੰ ਆ ਜਾਣ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਆਪਾਂ ਪਹਿਲਾਂ ਬੜੇ ਕਲੀਅਰ ਢੰਗ ਨਾਲ ਕੀਤਾ ਸੀ ਵੀ ਉਹ ਕਹਿੰਦਾ ਵੀ ਜੇ ਅਸੀਂ ਹਿਊਮੈਨਿਟੇਰੀਅਨ ਗਰਾਊਂਡ ਤੇ ਚਲੇ ਗਏ ਤਾਂ ਸਾਡੇ ਹਿਊਮਨ ਦਾ ਕੀ ਹੋਊਗਾ। ਸਾਡੇ ਅਮਰੀਕਨ ਇੱਕ ਚੀਜ਼ ਤੇ ਬਹੁਤ ਹੈ ਕਿ ਉੱਥੇ ਅਮਰੀਕਨ ਨਾਗਰਿਕ ਦੀ ਬੜੀ ਉਹ ਹੈ, ਤਵੱਕੋ ਬਹੁਤ ਹੈ। ਅਮਰੀਕਨ ਨਾਗਰਿਕ ਸਭ ਤੋਂ ਉੱਪਰ ਆ, ਉਹਨਾਂ ਦੇ ਨਾਗਰਿਕ ਨੂੰ ਸਹੂਲਤਾਂ ਹੀ ਬੜੀਆਂ। ਉਹ ਨਹੀਂ ਚਾਹੁੰਦੇ ਵੀ ਸਾਡਾ ਜਿਹੜਾ ਨਾਗਰਿਕ ਆ ਉਹਦਾ ਲਾਈਫ ਸਟਾਈਲ, ਉਹਦਾ ਜਿਹੜਾ ਮਿਆਰ ਆਫ ਜ਼ਿੰਦਗੀ ਆ, ਮਿਆਰ ਆਫ ਜੀਵਨ ਦਾ ਜਿਹੜਾ ਨਾ, ਉਹ ਘਟ ਜਾਵੇ। ਉਹ ਇਹ ਕਹਿੰਦੇ ਨੇ ਕਿ ਲਿਵਿੰਗ ਫॉर ਐਕਸੈਸ ਇਜ਼ ਦ ਅਮਰੀਕਨ ਵੇ ਆਫ ਲਾਈਫ ਜੀ। ਉਹਨਾਂ ਦੀ ਇਹ ਸੋਚ ਹੈ, ਬਾਕੀ ਉਹ ਸੋਚ ਹੈ। ਹੁਣ ਉਹਨਾਂ ਦੀ 70% ਇਕਨੋਮੀ ਜਿਹੜੀ ਆ ਉਹ ਹਥਿਆਰਾਂ ਦੇ ਉੱਤੇ, ਆਰਟਲਰੀਜ਼ ਦੇ ਉੱਤੇ ਟਿਕੀ ਹੋਈ ਆ। ਅਗਲੇ ਕਿਉਂ ਸਮਝੌਤਾ ਕਰਨ ਬਈ? ਤੁਸੀਂ ਕੱਲ ਨੂੰ ਸਮਝੌਤਾ ਕਰਕੇ ਬਹਿ ਕੇ, ਹੁਣ ਉਹਨਾਂ ਨੂੰ ਦੇ ਦਿੱਤੀ ਇਮਦਾਦ, ਉਹਨਾਂ ਨੂੰ ਪਤਾ ਹੈ ਇਹ ਮੁਲਕ ਜਿਹੜਾ ਆ ਇਹ ਕਿਤੇ ਨਾ ਕਿਤੇ ਅਫੋਰਡ ਕਰ ਸਕਦਾ। ਇਹ ਕੱਲ ਨੂੰ F-16 ਸਾਡੇ ਤੋਂ ਮੰਗਾਊਗਾ ਨਾ, ਰਾਈਫਲ ਤੋਂ ਬਾਅਦ ਅਸੀਂ ਹੁਣ ਉਹ ਮੰਗਾ ਲਾਂਗੇ। ਇਹ ਚੀਜ਼ ਆ ਵੀ ਉਧਰ ਅਸੀਂ ਲਾ ਦੇਵਾਂਗੇ ਤੇ ਇੱਧਰ ਆਪਣੇ ਆਪ ਲੱਗੀ ਰਹੂਗੀ ਜੀ। ਜਦ ਕਿ ਹੁਣ ਐਡਾ ਵੱਡਾ ਉੱਥੇ ਕੰਮ ਹੈ, ਉੱਥੇ ਇੰਨੀ ਜ਼ਿਆਦਾ ਤੁਸੀਂ ਦੇਖੋ ਕਿ ਜਿਹੜੀ ਜ਼ਿੰਦਗੀ ਆ ਉਹ ਖਤਰੇ 'ਚ ਆ, ਆਮ ਰੱਦੋ ਬਦਲ ਫੇਰ ਬਦਲ ਹੋਣ ਡੇ ਨੇ, ਉੱਥੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਹਾਲੇ। ਦੇਖੋ ਲੋੜ ਤਾਂ ਹੈ ਨਹੀਂ, ਬਟ ਇਹਦੇ ਪਿੱਛੇ ਕੀ ਸਟ੍ਰੈਟਜੀ ਆ, ਕਿਉਂਕਿ ਇਸੇ ਕਰਕੇ ਹੀ ਜਿਹੜੀ ਇੰਡੋ ਪੈਸੀਫਿਕ ਸੰਮੇਲਨ ਹੈ ਜਿਹਦੇ ਵਿੱਚ ਲੈਡ ਕਰਦਾ ਹੈ, ਜਿਹਦਾ ਆਗੂ ਹੈਗਾ ਅਮਰੀਕਾ, ਉਹਦੇ ਵਿੱਚ ਇੰਡੀਆ ਵਾਕਆਊਟ ਕਰ ਚੁੱਕਾ ਹੈ ਜੀ। ਸੋ ਇਸੇ ਗੱਲ ਤੋਂ ਨਾਰਾਜ਼ ਹੋ ਕੇ, ਸੋ ਇਹ ਗੱਲਾਂ ਨੇ। ਹੁਣ ਇਹ ਜੀਓ ਪੋਲੀਟਿਕਸ ਹੈ, ਇਹਦੇ ਵਿੱਚ ਕਿੱਧਰ ਕਿਹੜੀ ਸਾਖ ਬਹਿਣੀ ਹੈ, ਕਿੱਧਰ ਕਿਹੜੇ ਜਿਹੜੇ ਕਹਿੰਦੇ ਨੇ ਡਿਊਟੀਆਂ ਫਿੱਟ ਕਰਨੀਆਂ ਨੇ। ਵਾਕਈ ਇਹ ਤਾਂ ਤੁਹਾਡੀ ਗੱਲ ਤੇ ਬਿਲਕੁਲ ਦਰੁਸਤ ਹੈ। ਬਹੁਤ ਵੱਡੇ ਲੋਕ ਨੇ, ਬਹੁਤ ਵੱਡੀ ਗੇਮ ਆ ਉਹਨਾਂ ਦੀ, ਸੋ ਵੱਡੇ ਲੈਵਲ ਦੀਆਂ ਗੇਮਸ ਨੇ। ਸੋ ਆਪਾਂ ਅੱਗੇ ਚੱਲਦੇ ਹਾਂ ਕਿ ਜੇਲ੍ਹ ਦੇ ਵਿੱਚ ਕੀ ਹੋਇਆ ਕਿ ਜੇਲ੍ਹ ਮੰਤਰੀ ਸਾਹਿਬ ਨੇ ਜਾਣਾ ਸੀ, ਲੁਧਿਆਣਾ ਦੀ ਜਿਹੜੀ ਸੈਂਟਰਲ ਜੇਲ੍ਹ ਹੈ, ਹਰਜੋਤ ਬੈਂਸ ਹੋਣਾ ਨੇ ਜੀ, ਔਰ ਉਹਨਾਂ ਦੇ ਜਾਣ ਤੋਂ ਪਹਿਲਾਂ ਇੱਕ ਚੱਲਦੀ ਪਈ ਸੀ ਜਿਵੇਂ ਨਿਰੀਖਣ ਕਰਨਾ ਹੁੰਦਾ ਹੈ, ਜਿਹੜਾ ਡਿਪਟੀ ਜੇਲਰ ਸੀਗੇ ਉਹ ਕਰ ਰਹੇ ਸੀਗੇ, ਤੇ ਕਿਸੇ ਕੋਲੋਂ ਮੋਬਾਈਲ ਮਿਲ ਗਿਆ ਤੇ ਉਹਨੇ ਆਪਣੇ ਸਾਥੀਆਂ ਨਾਲ ਡਿਪਟੀ ਜੇਲਰ ਦਾ ਕੁਟਾਪਾ ਕਰ ਦਿੱਤਾ, ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ। ਔਰ ਇਸ ਤਰ੍ਹਾਂ ਜ਼ਰਦਾ, ਪੋਸਟ, ਮੋਬਾਈਲਸ, ਇਹ ਸਭ ਮਿਲਦਾ, ਹੁਣ ਤੱਕ ਵੀ ਮਿਲਦਾ। ਅੱਛਾ, ਤੁਸੀਂ ਜੇਲ੍ਹਾਂ ਦੀ ਗੱਲ ਜਦੋਂ ਕਰਦੇ ਨਾ ਸੰਜੀਵ ਜੀ, ਇੱਕ ਨੈਕਸਸ ਆ ਪੂਰਾ। ਤੁਸੀਂ ਇੰਟਰਨੈਸ਼ਨਲ ਫਿਲਮ ਦੇਖੀਆਂ ਹੋਣੀਆਂ ਜੇਲ੍ਹਾਂ ਦੇ ਉੱਤੇ, ਆ ਪ੍ਰਿਜ਼ਨ ਬ੍ਰੇਕਰ, ਕੁਝ ਫਲਾਨੀ ਜੇਲ੍ਹਾਂ ਹੁੰਦੀਆਂ, ਉੱਥੇ ਉਹ ਦਿਖਾਉਂਦੇ ਆ ਵੀ ਜੇਲ੍ਹਾਂ ਜਿਹੜੀਆਂ ਨੇ ਨਾ, ਉੱਥੇ ਪਤਾ ਹੀ ਨਹੀਂ ਲੱਗਦਾ। ਇੱਕ ਆਪਣੀ ਦੁਨੀਆ, ਜਿੱਥੇ ਮਾਰਕੀਟ ਜਿਹੜੀ ਆ ਉਹ ਬਾਹਰਲੀ ਦੁਨੀਆ ਦੇ ਨਾਲੋਂ ਇੰਨੀ ਮਹਿੰਗੀ ਆ, ਉੱਥੇ ਜਦੋਂ ਕੋਈ ਨਵਾਂ ਬੰਦਾ ਆਉਂਦਾ ਨਾ ਤੇ ਉਹਨੂੰ ਆਪਣੀ ਰੱਖਿਆ ਕਰਨ ਦੇ ਲਈ, ਕਿਉਂਕਿ ਉੱਥੇ ਗਰੁੱਪ ਬਣੇ ਹੁੰਦੇ ਆ, ਕਹਿੰਦਾ ਜੀ ਫਲਾਨੇ ਗਰੁੱਪ ਤੋਂ ਤੈਨੂੰ ਬਚਾ ਲੂੰਗਾ ਤੇ 3 ਲੱਖ ਆਪਣੇ ਘਰਦਿਆਂ ਤੋਂ ਪਵਾ ਲਾ। ਹੁਣ 3 ਲੱਖ 4 ਲੱਖ ਐਦਾਂ ਪੈਂਦਾ। ਮੇਰੇ ਗੁਆਂਢ 'ਚ ਮੁੰਡਾ ਸੀਗਾ, ਉਹ ਜੇਲ੍ਹ 'ਚ ਸੀਗਾ ਤੇ ਦੂਸਰੇ ਤੀਸਰੇ ਹਫ਼ਤੇ ਹੀ ਉਹਨੇ ਫਾਹਾ ਲੈ ਲਿਆ ਜੇਲ੍ਹ 'ਚ। ਬਹੁਤ ਮਤਲਬ ਆਪਾਂ ਕਹਿ ਲਈਏ ਕਿ ਹਲੇ 20 ਸਾਲਾਂ ਦਾ ਹੋਣਾ। ਉਦੋਂ ਇੰਨੀ ਖਬਰ ਨਹੀਂ ਸੀ ਹੁੰਦੀ ਵੀ ਕਿਉਂ ਫਾਹਾ ਲੈ ਲਿਆ।
ਬਾਅਦ ਵਿੱਚ ਪਤਾ ਲੱਗਿਆ ਵੀ ਜੇਲ੍ਹਾਂ ਤੇ ਜਿਹੜੀਆਂ ਨੇ ਉਹ ਖੂਹ ਆ, ਉੱਥੇ ਪਤਾ ਨਹੀਂ ਕੀ ਚੱਲਦਾ। ਹਾਲਾਂਕਿ ਨਵੀਂ ਸਰਕਾਰ ਕਹਿੰਦੀ ਹੈ ਕਿ ਮੈਂ ਸਾਰਾ ਕੁਝ ਜਿਹੜਾ ਹੈ ਇਹਦੇ ਤੇ ਸਹੀ ਕਰ ਦੂੰਗੀ, ਮੈਂ ਆਹ ਕਰ ਦੂੰ, ਮੈਂ ਫਲਾਨ ਕਰ ਦੂੰ, ਮੈਂ ਧਮਕੀਨ ਕਰ ਦੂੰ। ਜਿੰਨਾ ਚਿਰ ਹੁੰਦਾ ਨਹੀਂ ਨਾ ਸੰਜੀਵ ਜੀ, ਉਹਨਾਂ ਚਿਰ ਪਤਾ ਨਹੀਂ ਲੱਗਦਾ। ਫਿਰ ਉਹੀ ਗੱਲ ਆਉਂਦੀ ਪਹਿਲੇ ਵਾਲੀ, ਜਦੋਂ ਹੋਊਗਾ ਤਾਂ ਜਾਣਾਂਗੇ ਨਾ। ਹੋਊਗਾ ਤਾਂ ਜਾਣਾਂਗੇ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਹੋਇਆ ਕਿਉਂ, ਜੇਲ੍ਹ ਮੈਨੂਅਲ ਦੇ ਮੁਤਾਬਿਕ ਜੇ ਕੁਝ ਉੱਥੇ ਹੋਣਾ ਚਾਹੀਦਾ ਉਹਦੇ ਮੁਤਾਬਿਕ ਕਿਉਂ ਨਹੀਂ, ਉੱਥੇ ਮੋਬਾਈਲ ਪਹੁੰਚਾਇਆ ਕਿਹਨੇ? ਇੱਕ ਚੀਜ਼ ਤੇ ਬਹੁਤ ਤੁਸੀਂ ਧਿਆਨ 'ਚ ਰੱਖੋ, ਕਿਉਂਕਿ ਹਰ ਚੀਜ਼ ਪ੍ਰੈਕਟੀਕਲ ਨਹੀਂ ਹੋ ਸਕਦੀ। ਜਦੋਂ ਤੁਸੀਂ ਵਿਚਰਦੇ ਹੋ ਨਾ, ਹੁਣ ਜੇਲ੍ਹ ਕਰਮਚਾਰੀ ਬਹੁਤ ਘੱਟ ਹੁੰਦੇ ਆ, ਤੁਸੀਂ ਉਹਨਾਂ ਨੂੰ ਕੰਮ ਕਰਨ ਦੇ ਲਈ ਨਾ ਖੁੱਲ੍ਹ ਦਿੰਦੇ ਹੋ, ਤੁਸੀਂ ਰੰਗ ਰੋਗਨ ਕਰਨ ਦੇ ਲਈ ਉਹ ਬੰਦੇ ਸੱਦਦੇ ਹੋ। ਕਈ ਰੰਗ ਰੋਗਨ ਕਰਦੇ ਹੀ ਉਹ ਕੁਝ ਹੋਰ ਕਰ ਆਉਂਦੇ ਆ। ਕਈ ਵਾਰ ਜਿਹੜੀ ਕੈਂਟੀਨ ਹੁੰਦੀ ਆ ਉਹਦੇ ਵਿੱਚ ਕੰਮ ਕਰਦੇ ਆ, ਉਹ ਉੱਥੋਂ ਹੀ ਚਾਕੂ ਬਣਾ ਕੇ ਲੈ ਜਾਂਦੇ ਆ। 24/7 ਸਰਵੇਲੀਅਨ ਇਜ਼ ਵੈਰੀ ਟਫ, ਕਿਉਂਕਿ ਉਹ ਪ੍ਰੈਕਟੀਕਲ ਜ਼ਿੰਦਗੀ ਆ। ਇੱਦਾਂ ਦੀਆਂ ਚੀਜ਼ਾਂ ਹੋ ਸਕਦੀਆਂ, ਇਹਦੇ 'ਚ ਨਹੀਂ ਆਪਾਂ ਕਹਿੰਦੇ ਵੀ ਨਹੀਂ ਹੋ ਸਕਦੀਆਂ, ਪਰ ਕਿੰਨਾ ਕੰਟਰੋਲ ਕੀਤਾ ਜਾ ਸਕਦਾ ਨਾ, ਇਹ ਬਹੁਤ ਜ਼ਰੂਰੀ ਹੈ। ਔਰ ਇਹ ਵੀ ਗੱਲ ਹੈਗੀ ਹੈ ਖੈਰਾ ਸਾਹਿਬ ਕਿ ਇਹ ਵੀ ਰਿਪੋਰਟਸ ਆਉਂਦੀਆਂ ਨੇ ਕਿ ਕਈ ਕੈਦੀ ਉੱਥੇ ਇੰਨੇ ਨਸ਼ੇੜੀ ਨੇ, ਉਹਨਾਂ ਨੂੰ ਸਵੇਰ ਦੀ ਜਿਹੜੀ ਚਾਹ ਚਾਹੀਦੀ ਹੈ ਨਾ, ਉਹਦੇ ਵਿੱਚ ਵੀ ਉਹ ਚੂਰਾ ਪੋਸਟ ਜਿਹਨੂੰ ਕਹਿੰਦੇ ਨੇ, ਅਫੀਮ ਦਾ ਪਾਊਡਰ ਜਿਹਾ ਹੁੰਦਾ ਸੁੱਕਾ, ਜਿੱਦਾਂ ਦੀ ਗੱਲ ਕਹਿੰਦੇ ਨੇ, ਉਹ ਉਹਦੇ 'ਚ ਪੱਤੀ ਦੀ ਥਾਂ 'ਤੇ ਉਹ ਕਾੜਿਆ ਹੋਵੇ ਉਹ ਪੀਂਦੇ ਨੇ। ਬੈਟ ਹੀ ਉਹਨਾਂ ਨੂੰ ਉਹ ਚਾਹੀਦੀ। ਹੁਣ ਉਹ ਕਿੱਥੋਂ ਮਿਲਦਾ, ਅੰਦਰ ਕਿੱਥੋਂ ਚਲਾ ਜਾਂਦਾ? ਇਹ ਵੀ ਰਿਪੋਰਟਸ ਹੈਗੀਆਂ ਨੇ ਕਿ ਕਈ ਇੱਥੋਂ ਤੱਕ ਨਸ਼ੇੜੀ ਨੇ ਕਿ ਉਹਨਾਂ ਕੋਲੋਂ ਇਹ ਚੀਜ਼ਾਂ ਮਿਲਦੀਆਂ ਨੇ ਔਰ ਉਹ ਇਹਦਾ ਇਸਤੇਮਾਲ ਕਰਦੇ ਨੇ। ਕੌਣ ਹੈ ਉਹ ਨੈਟਵਰਕ ਜਿਹੜਾ ਅੰਦਰ ਚੀਜ਼ਾਂ ਪਹੁੰਚਾਉਂਦਾ? ਤੁਸੀਂ ਹਿਸਾਬ ਲਾ ਲਓ, ਜਦੋਂ ਜੇਲ੍ਹਾਂ ਦੀ ਇਨਸਪੈਕਸ਼ਨ ਹੋਈ ਪਿੱਛੇ ਜੇ, ਹਰ ਜੇਲ੍ਹ ਦੇ ਵਿੱਚ ਫੋਨਾਂ ਦਾ ਢੇਰ ਲੱਗ ਗਿਆ। ਡੋਪ ਟੈਸਟ ਨਹੀਂ ਹੋਏ? ਡੋਪ ਟੈਸਟ ਹੋਏ। ਫੋਨ ਕਿੱਥੋਂ ਆਏ ਆ? ਮਤਲਬ ਤੁਸੀਂ ਕਹਿੰਦੇ ਜੀ ਮੈਂ ਇੰਨੇ ਫੋਨ ਫੜ ਲਏ, ਫਲਾਣੇ ਫੋਨ ਫੜ ਲਏ, ਇਹ ਤੁਹਾਡਾ ਫੇਲੀਅਰ ਹੈ ਫੋਨ ਤੁਸੀਂ ਲੈਣ ਜਾਣ ਦਿੰਦੇ ਆ, ਨਾਲ ਕੁਟਾਪਾ ਕਰ ਦਿੱਤਾ। ਇੰਨੀ ਆਪਾਂ ਇੱਥੇ ਕਹਿੰਦੇ ਕੰਟਰੋਲਡ ਮੈਨਰ ਇਹਨਾਂ ਚੀਜ਼ਾਂ 'ਚ ਹੋਣਾ ਚਾਹੀਦਾ। ਤੁਸੀਂ ਦੇਖੋ ਜੇਲ੍ਹ ਦੇ ਵਿੱਚ ਹਫੜਾ ਤਫੜੀ ਹੋਣੀ ਨਾਰਮਲ ਚੀਜ਼ ਆ। ਔਰ ਦੂਜੀ ਗੱਲ ਇਹ ਹੈ ਕਿ ਡਿਪਟੀ ਜੇਲਰ ਦਾ ਤੁਸੀਂ ਕੁਟਾਪਾ ਕਰਦੇ ਹੋ, ਕਰਦੇ ਤੁਹਾਡੀ ਹਿੰਮਤ ਹੈ ਇੰਨੀ, ਔਰ ਤੁਸੀਂ ਜੇਲ੍ਹ ਦੇ ਵਿੱਚ ਹੋ ਔਰ ਤੁਸੀਂ ਉਹਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੰਦੇ ਹੋ ਔਰ ਤੁਹਾਡੇ ਖਿਲਾਫ FIR ਲੌਜ ਹੋਈ ਹੈ। ਹੁਣ ਤੁਸੀਂ ਦੱਸੋ, ਮਤਲਬ ਜਿਹੜੇ ਗੈਂਗਸਟਰਸ ਨੇ ਉਹ ਇਹਨਾਂ ਦੀ ਇੰਨੀ ਹਿੰਮਤ ਬਣ ਚੁੱਕੀ ਹੈ। ਤੁਸੀਂ ਦੇਖੋ ਫੋਨ ਤੱਕ ਆ ਜਾਂਦੇ ਨੇ ਔਰ ਇੱਥੋਂ ਤੱਕ ਫੋਨ ਆ ਜਾਂਦੇ ਨੇ ਕਿ ਪੁਲਿਸ ਦੇ ਅਗੇਂਸਟ ਵੀ ਅਸੀਂ ਸਟੈਪ ਲੈ ਸਕਦੇ। ਮਤਲਬ ਇੰਨੀ ਜ਼ਿਆਦਾ ਹਿੰਮਤ, ਕੋਈ ਡਰ ਨਹੀਂ ਪ੍ਰਸ਼ਾਸਨ ਦਾ ਔਰ ਕੋਈ ਐਡਮਿਨਿਸਟ੍ਰੇਸ਼ਨ ਦਾ ਡਰ ਨਹੀਂ, ਕੋਈ ਇਹ ਮਤਲਬ ਉਹਨਾਂ ਕੋਲ ਇੰਨੀ ਪਾਵਰ ਹੈਗੀ ਹੈ। ਕਿਹਦੀ ਸ਼ਹਿ ਦੇ ਉੱਤੇ ਇਹ ਸਭ ਕੁਝ ਚੱਲਦਾ? ਸਪੋਜ਼ ਇੱਡਾ ਜ਼ਬਰਦਸਤ ਨੈਟਵਰਕ ਹੈ ਕਿ ਤੁਸੀਂ ਹਾਈ ਅਫੀਸ਼ੀਅਲਸ ਤੱਕ ਨੂੰ ਤੁਸੀਂ ਧਮਕੀ ਦੇ ਦਿੰਦੇ। ਇਹ ਸਭ ਹੈਰਾਨੀ ਵਾਲੀ ਗੱਲ ਹੈ। ਤੇ ਆਮ ਲੋਕ ਤੇ ਕਿਸੇ ਗਿਣਤੀ 'ਚ ਨਹੀਂ ਹੈਗੇ। ਆਮ ਲੋਕਾਂ ਨੂੰ ਤਾਂ ਤੁਸੀਂ ਕੁਝ ਵੀ ਕਹਿ ਸਕਦੇ ਹੋ, ਕੁਝ ਵੀ ਕਰ ਸਕਦੇ ਹੋ। ਦੈਟ ਇਜ਼ ਵਾਈ ਲੋਕ ਕਹਿ ਰਹੇ ਨੇ ਕਿ ਬਾਹਰਲੀ ਧਰਤੀ 'ਤੇ ਚਲੇ ਜਾਓ, ਵਿਦੇਸ਼ਾਂ 'ਚ ਚਲੇ ਜਾਓ। ਜੇ ਇੱਥੇ ਬਿਜ਼ਨਸ ਵੀ ਐਸਟੈਬਲਿਸ਼ ਕਰ ਲਿਆ ਤੇ ਫਿਰ ਗੈਂਗਸਟਰਸ ਸਾਡੇ ਕੋਲ ਆ ਜਾਣਗੇ ਕਿ ਸਾਨੂੰ ਇੰਨਾ ਪੈਸਾ ਦਿਓ, ਤੁਸੀਂ ਦੇਖੋ ਨਾ ਸਾਨੂੰ ਇੰਨਾ ਚਾਹੀਦਾ ਹੈ। ਸਿੰਗਰ ਬਣਨ ਵਾਲੇ ਜਿਹੜੇ ਵਿਚਾਰਿਆਂ ਦੇ 2 ਗਾਣੇ ਚੜ ਜਾਂਦੇ, ਉਹਨਾਂ ਨੂੰ ਵੀ ਕਹਿੰਦੇ ਜੀ ਰੈਂਸਮ ਕਾਲਸ ਆਉਂਦੀਆਂ ਨੇ, ਪੁੱਛਦੇ ਆ ਜੀ ਕਿੰਨੇ ਪੈਸੇ ਸਾਨੂੰ ਦੋਗੇ, ਕਿੰਨਾ ਹਿੱਸਾ ਦੋਗੇ, ਸਾਡੀ ਫਲਾਨੀ ਕੰਪਨੀ ਦੇ ਨਾਲ ਗੱਲਬਾਤ ਹੈ, ਅਗਲਾ ਗਾਣਾ ਤੁਸੀਂ ਉਸ ਬੈਨਰ 'ਚ ਹੀ ਕਰਨਾ। ਹੁਣ ਮਰਦਾ ਕੀ ਨਹੀਂ ਕਰਦਾ, ਅੱਕ ਤੇ ਚੱਪਦਾ ਹੀ ਹੈ ਨਾ, ਕਮਾਂਡ ਚੱਲਦੀ ਉਹਨਾਂ ਦੀ ਜੀ। ਸੋ ਦੇਖੋ ਕਿੱਡਾ ਜ਼ਬਰਦਸਤ ਨੈਟਵਰਕ ਹੈ। ਇਹਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ। ਗੌਰਵ ਯਾਦਵ ਜੋ ਸਾਡੇ DGP ਨੇ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਧਿਆਨ ਦੇ ਰਹੇ ਹਾਂ, CM ਸਾਹਿਬ ਵੀ ਕਹਿ ਰਹੇ ਨੇ ਧਿਆਨ ਦੇ ਰਹੇ ਹਾਂ। ਦੇਖੋ ਹੁਣ ਕੀ ਬਣਦਾ। ਦੇਖੋ ਸੰਜੀਵ ਜੀ, ਮੈਂ ਇੱਕ ਗੱਲ ਤਾਂ ਮੰਨਦਾ ਕਿ ਇਹਦੇ 'ਚ ਕੋਈ ਜਾਦੂ ਦੀ ਝੜੀ ਤਾਂ ਹੈ ਨਹੀਂ ਕਿਸੇ ਤੋਂ ਵੀ ਤੁਸੀਂ ਲਾਇਆ ਤੇ ਕੰਮ ਹੋ ਗਿਆ। ਹੁਣ ਹਰ ਜਗ੍ਹਾ ਦੇ ਵਿੱਚ ਜਦੋਂ ਉੱਲੀ ਜੰਮ ਜਾਵੇ ਨਾ, ਤਾਂ ਤੁਸੀਂ ਕਈ ਵਾਰੀ ਝਾੜੂ ਸਿੰਪਲ ਮਾਰ ਦੋ ਤੇ ਉਹਦੇ ਨਾਲ ਕੰਮ ਨਹੀਂ ਹੋਣਾ। ਬਿਲਕੁਲ ਸਹੀ। ਉਹ ਖਰੁੰਜਿਆਂ ਤੋਂ ਖਰੋਚਣੀ ਪੈਣੀ ਆ ਤੇ ਉਹ ਖਰੋਚ ਕੇ ਹੀ ਕੰਮ ਹੋਣਾ ਆ। ਹੁਣ ਇਹ ਜਿਹੜੀਆਂ ਚੀਜ਼ਾਂ ਨੇ, ਇਹ ਵੀ ਜਿਹੜੀਆਂ ਖਰੋਚਣ ਵਾਲਾ ਹੀ ਕੰਮ ਹੈ ਔਰ ਮੈਨੂੰ ਲੱਗਦਾ ਕਿ ਬਖੂਬੀ ਹੋ ਸਕਦਾ ਜੇ ਤੁਹਾਡੀ ਵਿਲ ਸਹੀ ਹੋਵੇ। ਸਭ ਤੋਂ ਜ਼ਿਆਦਾ ਪਤਾ ਚੀਜ਼ ਕਿੱਥੇ ਹੁੰਦੀ ਹੈ? ਜਦੋਂ ਤੁਸੀਂ ਸੋਚਦੇ ਆ ਵੀ ਨਹੀਂ ਹੋਣਾ ਤੇ ਜਦੋਂ ਤੁਸੀਂ ਸੋਚਦੇ ਆ ਕਿ ਇਹ ਹੋਣਾ। ਹੁਣ ਮਾਨ ਸਾਹਿਬ ਦੀਆਂ ਗੱਲਾਂ ਤੋਂ ਇਹ ਲੱਗਦਾ ਕਿ ਇਹ ਹੋਣਾ, ਤੇ ਕਿੰਨੇ ਜਲਦੀ ਹੁੰਦਾ ਜਾਂ ਕਿੱਦਾਂ ਹੁੰਦਾ, ਇਹ ਆਪਣੇ ਆਪ ਦੇ ਵਿੱਚ ਆ। ਬਿਲਕੁਲ ਸਹੀ ਗੱਲ ਹੈ, ਇਹ ਆਪਣੇ ਆਪ ਦੇ ਵਿੱਚ ਆ। ਔਰ ਇੱਕ ਗੱਲ ਹੋਰ ਜਾਂਦੇ ਜਾਂਦੇ ਆਪਾਂ ਕਰ ਲੈਂਦੇ ਹਾਂ ਕਿ ਅਮਰੀਕਾ ਨੇ ਇਹ ਵੀ ਅਨਾਊਂਸ ਕੀਤਾ ਕਿ ਜਿਹੜਾ ਪਾਕਿਸਤਾਨ ਦੀ ਗੱਲ ਆਪਾਂ ਕੀਤੀ F-16 ਵਾਸਤੇ ਜੋ ਕਰੋੜਾਂ ਡਾਲਰ ਦਿੱਤੇ ਨੇ, ਨਾਲ ਉਹਨਾਂ ਨੇ ਇਹ ਵੀ ਕਿਹਾ ਕਿ 10 ਲੱਖ ਪਾਉਂਡ ਦੀ ਅਸੀਂ ਸਹਾਇਤਾ ਵੀ ਦਿੱਤੀ ਹੋਈ ਹੈ ਕਿ ਜਿਹੜੇ ਹੜ੍ਹਾਂ ਦੇ ਵਿੱਚ ਉੱਥੇ ਇੰਨੇ ਲੋਕ ਮਰ ਚੁੱਕੇ ਨੇ, ਬੇਘਰ ਹੋ ਚੁੱਕੇ ਨੇ, ਉਹ ਵੀ ਅਸੀਂ ਸਹਾਇਤਾ ਦੇ ਰਹੇ ਹਾਂ। ਸੋ ਇਹ ਵੀ ਗੱਲਾਂ ਨਾਲ ਚੱਲਦੀਆਂ। ਥੋੜੇ ਦਿਨਾਂ ਬਾਅਦ ਹੀ ਆਈ ਸੀਗੀ ਉਹ ਸਹਾਇਤਾ ਵੀ, ਜਦੋਂ ਰੌਲਾ ਪੈ ਗਿਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਇਹ ਕੀ ਕਰਨ ਡਏ ਆ। ਉਸ ਤੋਂ ਬਾਅਦ 10 ਦਿਨਾਂ ਬਾਅਦ ਉਹਨਾਂ ਨੇ ਸਹਾਇਤਾ ਦਿੱਤੀ, ਇਹ ਵੀ ਸਟੇਟਮੈਂਟ ਦਿੱਤੀ ਹੈ। ਸੋ ਚੱਲਿਆ ਜਾਵੇ ਬਿਲਕੁਲ। ਫਿਲਹਾਲ ਅਸੀਂ ਚੱਲਦੇ ਹਾਂ ਹਰ ਰਾਤ ਦੀ ਤਰ੍ਹਾਂ ਔਰ ਉਮੀਦ ਕਰਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ ਔਰ ਦੇਖ ਰਹੇ ਹੋਵੋਗੇ ਪੰਜਾਬ ਮੇਲ USA TV। ਮੈਨੂੰ ਤਾਂ ਸੰਜੀਵ ਜੀ ਨੂੰ ਦਿਓ ਆ ਗਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।